ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਜਿਸ ਮਹ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬੇਗਨ ਬਿਨਾਸਨ ਸੋਏ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਪੁਰ ਪੁਰ ਹੇਰਤ ਫਿਰਤ ਨਰ ਪੂਛ ਲੇ। ਛਤਰੀ ਵੈ ਤਨਾੜ ਧਾਮ ਸੁੰਦਰ ਸਪੂਤ ਹੋਏ। ਸ਼ਾਹ ਕੋ ਸਚੀਵ ਤਾਂ ਕੀ ਸੂਤਾ ਕੋ ਸਬੰਧ ਚਹੈ। ਜਾਂ ਕੇ ਬੜੇ ਭਾਗ ਜਗ ਮਿਲੈ ਇਸ ਥਾਨ ਸੋਏ। ਹੁਕਮ ਮਹਾਨ ਚਾਰੋਂ ਦੇਸ਼ ਮੈਂ ਬਖਾਨ ਕਰੈ। ਅਨ ਗਨ ਸੰਪਤਾ ਕੋ ਪ੍ਰਾਪਤ ਸਦਾਈ ਜੋਏ। हेर हम रहे नहीं सुध कहूँ लहे आस। फिरे मन टहे नहीं पायो केत सम कोए। पुर पुर हेरत फिरत नर पूछ लेत। वाहिगुरु जी का खालसा वाहिगुरु जी की फतेह। परम सन्मानयोग ਦਸਾਂ ਹੀ ਪਾਤਸ਼ਾਹੀਆਂ ਦੇ ਆਤਮਕ ਸਰੂਪ ਚਾਵਰ ਛਤਰ ਤਖਤ ਦੇ ਮਾਲਿਕ ਗੁਰਤਾ ਗੱਦੀ ਤੇ ਬਿਰਾਜਮਾਨ ਸ਼ਬਦ ਗੁਰੂ ਜੁਗੋ ਜੁਗ ਅਟਲ। ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਪਿਤਾ ਜੀ ਦੀ ਮਿਹਰਾਮਤ ਦਾ ਸਦਕਾ ਤਖਤ ਸੱਚਖੰਡ ਸ੍ਰੀ ਹਜੂਰ ਅਬਚਲ ਨਗਰ ਸਾਹਿਬ ਵਿਖੇ ਜੋ ਨਿਤਾ ਪ੍ਰਤੀ ਦੀ ਮਰਿਆਦਾ ਹੈ ਉਸ ਮਰਿਆਦਾ ਦੇ ਅਨੁਸਾਰ ਦਿਨ ਦੇ ਆਖਰੀ ਪਹਿਰ ਦੇ ਦੀਵਾਨ ਸਜਦੇ ਹਨ। ਇਹਨਾਂ ਦੀਵਾਨਾਂ ਦੀ ਆਰੰਭਤਾ ਗੁਰੂ ਬਾਣੀ ਦੇ ਕੀਰਤਨ ਦੇ ਨਾਲ ਹੁੰਦੀ ਹੈ। ਹੁਣ ਸਮਾਂ ਹੋਇਆ ਜੋ ਇਸ ਪਵਿੱਤਰ ਪਾਵਨ ਸਥਾਨ ਤੇ
ਗੁਰ ਇਤਿਹਾਸ ਦੀ ਕਥਾ ਲੜੀਵਾਰ ਪ੍ਰਾਰੰਭ ਹੈ। ਸਤਿਗੁਰੂ ਜੀ ਮਿਹਰਾਮਤ ਕਰਨ, ਆਪ ਹੀ ਵਿੱਚ ਵਰਤ ਕਰਕੇ ਪ੍ਰੇਮ ਸ਼ਰਧਾ ਭਾਵਨਾ ਦੇ ਸਹਿਤ ਹੋ ਕਰਕੇ ਗੁਰ ਇਤਿਹਾਸ ਦੀ ਵਿਚਾਰ ਕਹਿਣ, ਸੁਣਨ, ਸਮਝਣ ਅਤੇ ਮੰਨਣ ਦੇ ਬਲ ਬਖਸ਼ਿਸ਼ ਕਰਨ। ਅੱਗੇ ਪ੍ਰਸੰਗ ਪ੍ਰਾਰੰਭ ਕਰਨ ਤੋਂ ਪਹਿਲਾਂ ਇੱਕ ਪੰਛੀ ਝਾਤ ਪਿਛਲੇ ਪ੍ਰਸੰਗ ਤੇ ਲੜੀ ਜੋੜਨ ਵਾਸਤੇ ਜੋ ਆਪਾਂ ਨੇ ਪਿਛਲੇ ਸਮੇਂ ਵਿੱਚ ਸਰਵਣ ਕੀਤਾ ਸੀ। ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ, ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਕੇ ਬੋਹਿਤ ਸਤਿਗੁਰਾਂ ਦੀ ਪਵਿੱਤਰ ਪਾਵਨ ਇਤਿਹਾਸ ਦੀ ਲੜੀਵਾਰ ਕਥਾ ਚੱਲ ਰਹੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦੇ ਕਾਰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਜੋ ਮੁਗਲਾਂ ਦੇ ਨਾਲ ਟਕਰਾਅ ਹੋਇਆ, ਉਹ ਸਾਰਾ ਪ੍ਰਸੰਗ ਜਿਹੜਾ ਹੈ ਕੱਲ੍ਹ ਦੇ ਸਮੇਂ ਅੰਦਰ ਆਪਾਂ ਇਹ ਸਰਵਣ ਕੀਤਾ ਸੀ ਕਿ ਭਾਈ ਰਾਮ ਕੌਰ ਜੀ ਸਿੱਖਾਂ ਦੇ ਬੇਨਤੀ ਕਰਨ ਤੇ ਸੰਗਤਾਂ ਨੂੰ ਇਹ ਕਹਿ ਕਰਕੇ ਕਿ ਸਾਰਾ ਹੀ ਪ੍ਰਸੰਗ ਆਪ ਸੰਗਤਾਂ ਨੂੰ ਅਸੀਂ ਸੁਣਾਉਣਾ ਕਰਾਂਗੇ। ਜਿਵੇਂ ਜਿਵੇਂ ਸਾਰਾ ਪ੍ਰਸੰਗ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹੀਦੀ ਦਾ, ਮੁਗਲਾਂ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਜੰਗ ਹੋਏ, ਉਹ ਸਾਰਾ ਹੀ ਪ੍ਰਸੰਗ ਭਾਈ ਰਾਮ ਕੌਰ ਜੀ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਨੂੰ ਸੁਣਾਇਆ ਤੇ ਸੰਗਤਾਂ ਨੇ ਵੀ ਬੜੀਆਂ ਸ਼ਰਧਾ ਭਾਵਨਾ ਦੇ ਨਾਲ ਸਰਵਣ ਕੀਤਾ। ਉਸੇ ਨੂੰ ਹੀ ਆਧਾਰ ਬਣਾ ਕਰਕੇ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਇਹ ਇਤਿਹਾਸ ਜਿਹੜਾ ਹੈ ਵਰਣਨ ਕੀਤਾ ਹੈ। ਆਪਾਂ ਕੱਲ੍ਹ ਦੇ ਸਮੇਂ ਅੰਦਰ ਇਹ ਸਰਵਣ ਕੀਤਾ ਸੀ ਕਿ ਜੋ ਦੀਵਾਨ ਹੈ ਚੰਦੂ, ਉਹਨੇ ਆਪਣੀ ਲੜਕੀ ਦੇ ਵਾਸਤੇ ਕੋਈ ਵਰ ਲੱਭਣ ਵਾਸਤੇ ਬ੍ਰਾਹਮਣਾਂ ਨੂੰ ਭੇਜਿਆ ਕਿ ਤੁਸੀਂ ਮੇਰੀ ਲੜਕੀ ਦੇ ਵਾਸਤੇ ਬਹੁਤ ਵਧੀਆ ਵਰ ਹੈ, ਜਿਹੜਾ ਸੁੰਦਰ ਵਰ ਲੱਭ ਕਰਕੇ ਲੈ ਕੇ ਆਓ। 3 ਗੁਣ ਉਹਦੇ ਅੰਦਰ ਇਹ ਹੋਣੇ ਚਾਹੀਦੇ ਆ ਕਿ ਮੇਰੇ ਵਾਂਗੂ ਹੀ ਉਹ ਅਮੀਰ ਹੋਵੇ, ਧਨ ਪਦਾਰਥ ਉਹਦੇ ਘਰ ਦੇ ਵਿੱਚ ਹੋਣ। ਜਿਸ ਤਰ੍ਹਾਂ ਮੇਰੀ ਕੁੱਲ ਉੱਚੀ ਹੈ, ਉੱਚੀ ਕੁੱਲ ਵਾਲਾ ਹੋਣਾ ਚਾਹੀਦਾ ਹੈ ਤੇ ਵਰ ਜਿਹੜਾ ਹੈ ਸੁੰਦਰ ਹੋਣਾ ਚਾਹੀਦਾ। ਇਸ ਤਰ੍ਹਾਂ ਕਹਿ ਕਰਕੇ ਬਹੁਤ ਸਾਰੀਆਂ ਨਸੀਹਤਾਂ ਦੇ ਕਰਕੇ ਉਹਨਾਂ ਨੂੰ ਭੇਜਿਆ। ਉਹ ਫਿਰਦੇ ਰਹੇ, ਬਹੁਤ ਜਗ੍ਹਾ ਦੇ ਉੱਤੇ ਉਹਨਾਂ ਨੇ ਢੂੰਡਿਆ। ਕਿਤੇ ਤਾਂ ਵਰ ਸੁੰਦਰ ਮਿਲ ਜਾਂਦਾ ਸੀ ਪਰ ਧਨ ਨਹੀਂ ਮਿਲਦਾ ਸੀ, ਧਨ ਤੋਂ ਵਾਲੇ ਪੱਖ ਤੋਂ ਗਰੀਬ ਸਨ। ਕਿਤੇ ਉੱਚੀ ਕੁੱਲ ਮਿਲ ਜਾਂਦੀ ਸੀ, ਧਨ ਵੀ ਹੁੰਦਾ ਸੀ, ਪਰ ਜਿਹੜਾ ਵਰ ਸੀ ਉਹ ਸੁੰਦਰ ਨਹੀਂ ਹੁੰਦਾ ਸੀ। ਇਸ ਤਰ੍ਹਾਂ ਉਹ ਆਪਣੇ ਮਨ ਦੇ ਵਿੱਚ ਸਾਰੀਆਂ ਗੱਲਾਂ ਨੂੰ ਚੇਤੇ ਕਰਦੇ ਹੋਏ ਦੇਸ਼ ਵਿਦੇਸ਼ਾਂ ਦੇ ਵਿੱਚ ਫਿਰ ਰਹੇ ਤੇ ਜਦੋਂ ਫਿਰ ਰਹੇ ਆ, ਲੱਭ ਰਹੇ ਆ, ਤੇ ਇਹਨਾਂ ਨੂੰ ਕਿਤੇ ਵੀ ਕੋਈ ਵਰ ਸੁੰਦਰ ਦੀ ਪ੍ਰਾਪਤੀ ਨਾ ਹੋਈ। ਕੋਈ ਲੜਕਾ, ਕੋਈ ਲੜਕੀ ਦੇ ਯੋਗ ਨਹੀਂ ਮਿਲਿਆ ਤਾਂ ਇਹ ਮਨ ਦੇ ਵਿੱਚ ਵਿਚਾਰਾਂ ਕਰਦੇ ਆ, ਹਾਰ ਗਏ ਆ ਲੱਭਦੇ ਲੱਭਦੇ। ਤਾਂ ਮਨ ਵਿੱਚ ਇਹ ਵਿਚਾਰ ਕਰਦੇ ਕਿ ਲੜਕਾ ਜਿਹੜਾ ਸਾਨੂੰ ਇਸ ਤਰ੍ਹਾਂ ਦਾ ਕਿੱਥੋਂ ਪ੍ਰਾਪਤ ਹੋਵੇਗਾ। ਸੋ ਕੱਲ੍ਹ ਦੇ ਸਮੇਂ ਅੰਦਰ ਇਹ ਪ੍ਰਸੰਗ ਆਪਾਂ ਜਿਹੜਾ ਸਰਵਣ ਕੀਤਾ ਸੀ, ਇਹ ਲੱਭਦੇ ਹੋਏ ਲਾਹੌਰ ਸ਼ਹਿਰ ਪਹੁੰਚੇ ਆ। ਤੇ ਹੁਣ ਜਿਸ ਤਰ੍ਹਾਂ ਅੱਗੇ ਪ੍ਰਸੰਗ ਆ ਰਿਹਾ, ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਔਰ ਉਚਾਰਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਪੁਰ ਪੁਰ ਹੇਰਤ ਫਿਰਤ ਨਰ ਪੂਛ ਲੇ। ਆ ਕਹਿੰਦੇ ਸ਼ਹਿਰਾਂ ਦੇ ਵਿੱਚ, ਨਗਰਾਂ ਦੇ ਵਿੱਚ ਬ੍ਰਾਹਮਣ ਜੋ ਦੀਵਾਨ ਚੰਦੂ ਦੇ ਵੱਲੋਂ ਭੇਜੇ ਗਏ ਹਨ, ਉਹਨਾਂ ਨੇ ਜਾ ਕਰਕੇ ਨਗਰਾਂ ਸ਼ਹਿਰਾਂ ਦੇ ਵਿੱਚ ਬਹੁਤ ਸਾਰੇ ਮਨੁੱਖਾਂ ਨੂੰ, ਜਿੱਥੇ ਜਿੱਥੇ ਉਹਨਾਂ ਦੀ ਕੋਈ ਜਾਣ ਪਛਾਣ ਸੀ,
ਉਹਨਾਂ ਨੂੰ ਪੁੱਛਣਾ ਕੀਤਾ ਹੈ। ਛਤਰੀ ਵੈ ਧਨਾੜ ਧਾਮ ਸੁੰਦਰ ਸਪੂਤ ਹੋਏ। ਹਾਂ, ਇਹ ਪੁੱਛਦੇ ਨੇ ਜਾ ਕਰਕੇ ਕਿ ਘਰ ਉਹਨਾਂ ਦਾ ਕੁੱਲ ਜਿਹੜੀ ਹੈ ਛਤਰੀਆਂ ਦੀ ਹੋਵੇ ਤੇ ਸਪੂਤ ਜਿਹੜਾ ਉਹਨਾਂ ਦਾ ਪੁੱਤਰ ਹੈ ਬਹੁਤ ਹੀ ਸੁੰਦਰ ਹੋਵੇ, ਧਨਾੜ ਅਮੀਰ ਹੋਵੇ। ਸ਼ਾਹ ਕੋ ਸਚੀਵ ਤਾਂ ਕੀ ਸੂਤਾ ਕੋ ਸਬੰਧ ਚਹੈ। ਤੇ ਨਾਲ ਹੀ ਇਹ ਜਾਣਕਾਰੀ ਦਿੰਦੇ ਆ ਕਿ ਜਿਹੜਾ ਬਾਦਸ਼ਾਹ ਹੈ ਨਾ ਦਿੱਲੀ ਦਾ, ਉਹਦਾ ਦੀਵਾਨ ਹੈ ਚੰਦੂ, ਤੇ ਉਹਦੀ ਜਿਹੜੀ ਲੜਕੀ ਆ ਵਿਆਹੁਣ ਯੋਗ ਹੈ। ਉਹਦੇ ਵਾਸਤੇ ਸਾਨੂੰ ਜਿਹੜਾ ਇਹ ਵਰ ਚਾਹੀਦਾ, ਸੁੰਦਰ ਵੀ ਹੋਣਾ ਚਾਹੀਦਾ, ਧਨਾੜ ਅਮੀਰ ਹੋਣਾ ਚਾਹੀਦਾ, ਉੱਚੀ ਕੁੱਲ ਵਾਲਾ ਹੋਣਾ ਚਾਹੀਦਾ ਹੈ। ਜਾਂ ਕੇ ਬੜੇ ਭਾਗ ਜਗ ਮਿਲੇ ਇਸ ਥਾਨ ਸੋਏ। ਤੇ ਅਸੀਂ ਇਹ ਜਾਣਾਂਗੇ ਕਿ ਉਹਦੇ ਚੰਗੇ ਭਾਗ ਕੋਈ ਜਾਗ ਪਏ, ਵੀ ਜਿਹਦਾ ਬਾਦਸ਼ਾਹਾਂ ਦੇ ਘਰ ਦੇ ਵਿੱਚ ਜੋ ਦੀਵਾਨ ਹੈ ਚੰਦੂ, ਉਸ ਘਰ ਦੇ ਨਾਲ ਸੰਬੰਧ ਬਣੇਗਾ, ਉਹਦੇ ਚੰਗੇ ਭਾਗ ਜਾਗ ਪੈਣਗੇ ਜੇ ਇਸ ਅਸਥਾਨ ਦੇ ਉੱਤੋਂ, ਇਸ ਜਗ੍ਹਾ ਦੇ ਉੱਤੋਂ ਸਾਨੂੰ ਯੋਗ ਵਰ ਦੀ ਪ੍ਰਾਪਤੀ ਹੋ ਜਾਵੇ। ਹੁਕਮ ਮਹਾਨ ਚਾਰੋਂ ਦੇਸ਼ ਮੈਂ ਬਖਾਨ ਕਰੈ। ਹਾਂ, ਉਹ ਬਾਦਸ਼ਾਹ ਦੇ ਨਾਲ ਰਹਿੰਦਾ, ਦੀਵਾਨ ਹੈ ਉਹਦਾ, ਤੇ ਉਹਦਾ ਹੁਕਮ ਜਿਹੜਾ ਹੈ ਚਾਰੇ ਦਿਸ਼ਾਵਾਂ ਦੇ ਵਿੱਚ ਚੱਲਦਾ, ਤੇ ਕੋਈ ਵੀ ਉਹਦੇ ਹੁਕਮ ਨੂੰ ਟਾਲਦਾ ਨਹੀਂ। ਇਹ ਚੰਦੂ ਦੀਵਾਨ ਦਾ ਜਿਹੜਾ ਹੁਕਮ ਹੈ ਹਰ ਤਰਫ ਚੱਲਦਾ ਹੈ। ਅਨਗਨ ਸੰਪਤਾ ਕੋ ਪ੍ਰਾਪਤ ਸਦਾਈ ਜੋਏ। ਤੇ ਉਹਦੇ ਘਰ ਦੇ ਵਿੱਚ ਜਿਹੜੀ ਸੰਪਤਾ ਹੈ, ਧਨ ਪੂੰਜੀ ਹੈ, ਉਹ ਅਨਗਨ ਹੈ, ਗਿਣਤੀ ਤੋਂ ਰਹਿਤ ਹੈ, ਕੋਈ ਗਿਣਤੀ ਨਹੀਂ ਹੈ ਕਿ ਕਿੰਨਾ ਧਨ ਹੈ, ਕਿਉਂਕਿ ਦੀਵਾਨ ਹੈ ਉਹ ਬਾਦਸ਼ਾਹ ਦਾ, ਤੇ ਮਾਇਆ ਦੀ ਉਹਦੇ ਘਰ ਦੇ ਵਿੱਚ ਕੋਈ ਕਮੀ ਨਹੀਂ। ਹੀਰ ਹਮ ਰਹੇ ਨਹੀਂ ਸੁਧ ਕਹੂੰ ਲਹੇ ਆਸ। ਇਸ ਤਰ੍ਹਾਂ ਕਹਿੰਦੇ ਅਸੀਂ ਬਹੁਤ ਹੀ ਜਗ੍ਹਾ ਫਿਰ ਫਿਰ ਕੇ ਦੇਖ ਕੇ ਆਏ ਆ, ਪਰ ਸਾਨੂੰ ਕਹਿੰਦੇ ਇਹ ਪ੍ਰਾਪਤੀ ਨਹੀਂ ਹੋਈ। ਸਾਨੂੰ ਕੋਈ ਵੀ ਜੋ ਨੇ ਸ਼ਰਤਾਂ ਦਸੀਆਂ ਕਿ ਉੱਚੀ ਕੁੱਲ ਵਾਲਾ ਹੋਣਾ ਚਾਹੀਦਾ, ਅਮੀਰ ਹੋਣਾ ਚਾਹੀਦਾ, ਸੁੰਦਰ ਵਰ ਹੋਣਾ ਚਾਹੀਦਾ, ਉਹ ਸ਼ਰਤਾਂ ਦੇ ਮੁਤਾਬਕ ਸਾਨੂੰ ਕੋਈ ਵੀ ਪ੍ਰਾਪਤ ਨਹੀਂ ਹੋਇਆ। ਫਿਰੇ ਮਨ ਢਹੇ ਨਹੀਂ ਪਾਇਓ ਕਿਤ ਸਮ ਕੋਏ। ਹਾਂ, ਕਹਿੰਦੇ ਸਾਡਾ ਇਸ ਕਰਕੇ ਮਨ ਜਿਹਾ ਢਹਿ ਗਿਆ, ਉਦਾਸ ਹੋ ਗਿਆ ਮਨ, ਕਿਉਂਕਿ ਜੋ ਸਾਨੂੰ ਵਰ ਚਾਹੀਦਾ ਉਹ ਸ਼ਰਤਾਂ ਉਹਨੇ ਦਸੀਆਂ ਉਹ ਪ੍ਰਾਪਤ ਨਹੀਂ ਹੋ ਰਹੀਆਂ, ਉਸੇ ਤਰ੍ਹਾਂ ਦਾ ਵਰ ਪ੍ਰਾਪਤ ਨਹੀਂ ਹੋ ਰਿਹਾ। ਇਸ ਕਰਕੇ ਸਾਡਾ ਮਨ ਜਿਹੜਾ ਹੈ ਢਹਿ ਗਿਆ ਹੈ, ਤੇ ਉਹਦੇ ਯੋਗ ਸ਼ਰਤਾਂ ਉਹਨੇ ਦਸੀਆਂ ਉਹਦੀ ਬਰਾਬਰੀ ਕੋਈ ਨਹੀਂ ਕਰ ਰਿਹਾ। ਕਬਿਤ ਫੇਰੇ ਚਾਰ ਔਰ ਮੈਂ ਲਾਹੌਰ ਪੁਰ ਗਏ ਪੁਨ। ਹਾਂ, ਕਹਿੰਦੇ ਇਸ ਤਰ੍ਹਾਂ ਚਾਰੇ ਤਰਫਾਂ ਦੇ ਵਿੱਚ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਫਿਰਦੇ ਹੋਏ ਇਹ ਲਾਹੌਰ ਦੇ ਵਿੱਚ ਪਹੁੰਚੇ ਹਨ। ਕਹਿਓ ਬਹੁ ਲੋਕਨ ਮੈਂ ਦਿੱਲੀ ਹੂੰ ਤੇ ਆਏ ਹੈ। ਤੇ ਉੱਥੇ ਲਾਹੌਰ ਦੇ ਵਿੱਚ ਜਾ ਕਰਕੇ ਇਹਨਾਂ ਨੇ ਬਹੁਤ ਸਾਰੇ, ਜਿੱਥੇ ਜਿੱਥੇ ਇਹਨਾਂ ਦੀ ਕੋਈ ਜਾਣ ਪਛਾਣ ਸੀ, ਉਹਨਾਂ ਲੋਕਾਂ ਨੂੰ ਜਾ ਕਰਕੇ ਦੱਸਣਾ ਕੀਤਾ ਕਿ ਅਸੀਂ ਦਿੱਲੀ ਤੋਂ ਆਏ ਹਾਂ। ਚੰਦੂ ਕੇ ਮਨਿੰਦ ਹਮ ਖੋਜਤ ਬਿਲੰਦ ਫਿਰੇ। ਹਾਂ, ਚੰਦੂ ਜੋ ਦੀਵਾਨ ਹੈ ਬਾਦਸ਼ਾਹ ਦਾ, ਉਹਦੇ ਬਰਾਬਰੀ ਦੇ ਸਮਾਨ, ਉਹਦੇ ਵੱਡਾ ਕੋਈ ਘਰ ਅਸੀਂ ਦੇਖ ਰਹੇ ਹਾਂ। ਪ੍ਰਾਪਤ ਨਾ ਪਇਓ ਬਹੁ ਥਾਨ ਮੈਂ ਸੁਨਾਏ ਹੈ। ਉਹਦੀ ਬਰਾਬਰੀ ਇੱਥੇ ਕੋਈ ਵੀ ਨਹੀਂ ਕਰ ਸਕਿਆ, ਅਸੀਂ ਬਹੁਤ ਖੋਜਿਆ ਹੈ, ਕਿਤੋਂ ਵੀ ਸਾਨੂੰ ਪ੍ਰਾਪਤ ਨਹੀਂ ਹੋਇਆ ਉਹਦੇ ਬਰਾਬਰ, ਕਿ ਜਿੰਨਾ ਰੁਤਬਾ ਉਹਦਾ ਉੱਚਾ, ਦੀਵਾਨ ਹੈ ਉਹ, ਉੱਚੀ ਕੁੱਲ ਵਾਲਾ ਹੈ, ਧਨਾੜ ਵੀ ਹੈ, ਅਮੀਰ ਹੈ, ਉਹਦੇ ਘਰ ਵਿੱਚ ਸਾਰੇ ਪਦਾਰਥ ਨੇ, ਉਹਦੀ ਬਰਾਬਰੀ ਵਾਲਾ ਸਾਨੂੰ ਕੋਈ ਵੀ ਜਿਹੜਾ ਹੈ ਘਰ ਪ੍ਰਾਪਤ ਨਹੀਂ ਹੋਇਆ ਹੈ। ਬਹੁਤ ਸਾਰੇ ਥਾਂ ਅਸੀਂ ਜਿਹੜੇ ਆ ਢੂੰਡ ਕੇ ਲੱਭ ਕੇ ਦੇਖ ਲਏ ਹਨ। ਹੋਤੇ ਕੁਛ ਸਿੱਖ ਤੀਨੋਂ ਗੁਰੂ ਕੀ ਸਿਫਤ ਕੀ। ਤੇ ਲਾਹੌਰ ਸ਼ਹਿਰ ਦੇ ਵਿੱਚ ਕੁਝ ਸਿੱਖ ਪਰਿਵਾਰ ਜਿਹੜੇ ਸੀ ਉਹ ਰਹਿੰਦੇ ਸੀ, ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਜਿਹੜੀ ਸਿੱਖੀ ਹੈ ਬਹੁਤ ਦੂਰ ਦੂਰ ਤੱਕ ਫੈਲੀ ਹੋਈ ਸੀ, ਬੜਾ ਵਿਸਥਾਰ ਹੋ ਚੁੱਕਾ ਸੀ ਪੰਜਵੇਂ ਪਾਤਸ਼ਾਹ ਜੀ ਤੱਕ ਸਿੱਖੀ ਦਾ। ਤੇ ਲਾਹੌਰ ਸ਼ਹਿਰ ਦੇ ਵਿੱਚ ਜਿਹੜੇ ਕੁਝ ਸਿੱਖ ਰਹਿੰਦੇ ਨੇ, ਉਹਨਾਂ ਨੇ ਜਦੋਂ ਇਹ ਦੀਵਾਨ ਚੰਦੂ ਦੀ ਲੜਕੀ ਦੀ ਰਿਸ਼ਤੇ ਵਾਲੀ ਗੱਲ ਬ੍ਰਾਹਮਣਾਂ ਦੇ ਕੋਲੋਂ ਸੁਣੀ, ਤਾਂ ਉਸ ਸਮੇਂ ਉਹਨਾਂ ਸਿੱਖਾਂ ਨੇ ਸਿਫਤ ਕੀਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ। ਧਨ ਅਨ ਗਨ ਨਿਤ ਸੰਗਤ ਚੜਾਏ ਹੈ। ਸਿਫਤ ਕੀ ਕਰਦੇ ਕਿ ਮਹਾਰਾਜ ਜੀ ਦੇ ਦਰ ਦੇ ਉੱਤੇ ਅਨੇਕਾਂ ਹੀ ਸੰਗਤਾਂ ਆਉਂਦੀਆਂ, ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੀਆਂ,
ਮਹਾਰਾਜ ਜੀ ਦੇ ਕੋਲੋਂ ਮਨ ਚਿੰਦੇ ਫਲਾਂ ਦੀ ਪ੍ਰਾਪਤ ਕਰਦੀਆਂ ਸੰਗਤਾਂ ਤੇ ਬੜੀਆਂ ਹੀ ਕੀਮਤੀ ਭੇਟਾਵਾਂ ਲਿਆ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕਰਦੀਆਂ ਕਿ ਬਹੁਤ ਸਾਰੀ ਮਾਇਆ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਚੜ੍ਹਦੀ ਹੈ। ਉੱਤਮ ਮਹਾਨ ਜਿਨੈ ਮਾਨਤ ਜਹਾਨ ਬਹੁ। ਤੇ ਉਹ ਸੰਸਾਰ ਦੇ ਵਿੱਚ ਉੱਤਮ ਨੇ, ਗੁਰੂ ਮਹਾਰਾਜ ਜੀ ਦੀ ਬਰਾਬਰੀ ਕੋਈ ਕਰ ਨਹੀਂ ਸਕਦਾ। ਤੇ ਸਤਿਗੁਰੂ ਜੀ ਜਹਾਨ ਸਾਰੇ ਸੰਸਾਰ ਦੇ ਵਿੱਚ ਉੱਤਮ ਹੈ ਤੇ ਸਾਰੇ ਹੀ ਦਿਸ਼ਾਵਾਂ ਦੇ ਵਿੱਚ ਬਹੁਤ ਸਾਰੇ ਸਿੱਖ ਸੇਵਕ ਜਿਹੜੇ ਨੇ ਸਤਿਗੁਰਾਂ ਨੂੰ ਮੰਨਦੇ ਹਨ। ਜ਼ਾਹਿਰ ਵਿਸਾਲ ਜਸ ਸਭ ਤੇ ਸੁਹਾਏ ਹੈ। ਤੇ ਮਹਾਰਾਜ ਜੀ ਦਾ ਜਿਹੜਾ ਪ੍ਰਤਾਪ ਹੈ ਉਹ ਜ਼ਾਹਰ ਹੈ, ਪ੍ਰਗਟ ਹੈ। ਸਭ ਕਾਸੇ ਪਾਸੇ ਹੀ ਮਹਾਰਾਜ ਜੀ ਦੀ ਸੋਭਾ ਹੈ। ਜਿੱਥੇ ਜਿੱਥੇ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਿੱਖੀ ਦੇ ਬੂਟੇ ਲਾਏ, ਉੱਥੇ ਉੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਵੀ ਜਿਹੜੀ ਸੋਭਾ ਹੈ ਹਰ ਥਾਂ ਦੇ ਉੱਤੇ ਜਿਹੜੀ ਲੁਭਾਏਮਾਨ ਹੋ ਰਹੀ ਹੈ। ਕਬਿਤ ਧਨ ਅਰ ਬੰਸ ਤੋਂ ਬਿਦਤ ਜਿਮ ਕਹਿਓ ਤਿਮ। ਤੇ ਇਹ ਸਿੱਖ ਜਿਹੜੇ ਨੇ ਉਸ ਬ੍ਰਾਹਮਣ ਨੂੰ ਕਹਿੰਦੇ ਆ ਕਿ ਜਿਸ ਤਰ੍ਹਾਂ ਤੂੰ ਦੱਸਿਆ ਕਿ ਦੀਵਾਨ ਚੰਦੂ ਜਿਹੜਾ ਉਹ ਛਤਰੀ ਆ, ਉੱਚੀ ਕੁੱਲ ਵਾਲਾ ਹੈ ਤੇ ਧਨ ਪਦਾਰਥ ਉਹਦੇ ਘਰ ਦੇ ਵਿੱਚ ਬਹੁਤ ਹਨ, ਤੇ ਇਸ ਤਰ੍ਹਾਂ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਜਿਹੜੇ ਨੇ ਉੱਚੀ ਕੁੱਲ ਵਾਲੇ ਨੇ ਤੇ ਉਹਨਾਂ ਦੇ ਘਰ ਦੇ ਵਿੱਚ ਬਹੁਤ ਸਾਰਾ ਧਨ ਪਦਾਰਥ ਵੀ ਹੈ ਤੇ ਉਹਨਾਂ ਦੀ ਜਿਹੜੀ ਕੁੱਲ ਹੈ ਸੋਢੀ ਬੰਸ ਜਗਤ ਦੇ ਵਿੱਚ ਬਿਦਤ ਪ੍ਰਗਟ ਹੈ। ਤਿੰਨ ਕੇ ਸਪੁੱਤਰ ਪਇਓ ਤਾਂ ਕੀ ਸੁਨ ਗਾਥ ਕੋ। ਤੇ ਉਹਨਾਂ ਦੇ ਸਪੁੱਤਰ ਨੇ ਹਰਗੋਬਿੰਦ ਸਾਹਿਬਜ਼ਾਦੇ ਨੇ ਉਹਨਾਂ ਦੇ, ਤੇ ਉਹਨਾਂ ਦੀ ਗਾਥ ਜਿਹੜੀ ਕਥਾ ਹੈ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਉਹਨਾਂ ਦੀ ਉਮਰ ਕਿੰਨੀ ਹੈ, ਉਹਨਾਂ ਦੇ ਸਰੀਰ ਦਾ ਜਿਹੜਾ ਰੂਪ ਰੰਗ ਕਿਸ ਤਰ੍ਹਾਂ ਦਾ ਹੈ। ਰਾਜ ਚਿੰਨ ਅੰਗ ਮੈਂ ਅਨੰਗ ਕੋ ਸਰੂਪ ਮਾਨੋ। ਹਾਂ, ਕਹਿੰਦੇ ਉਹਨਾਂ ਦੇ ਅੰਗ ਦੇ ਵਿੱਚ ਸੂਰਜ ਦਾ ਪ੍ਰਕਾਸ਼ ਹੈ, ਸਰੀਰ ਦੇ ਵਿੱਚੋਂ ਇਸ ਤਰ੍ਹਾਂ ਪ੍ਰਕਾਸ਼ ਡਲਕਾ ਮਾਰਦਾ ਜਿਵੇਂ ਸੂਰਜ ਪ੍ਰਕਾਸ਼ ਦਿੰਦਾ ਹੈ। ਤੇ ਉਹਨਾਂ ਦੇ ਜਿਹੜੇ ਅੰਗ ਨੇ ਉਹ ਕਹਿੰਦੇ ਨੇ ਕਿ ਜਿਸ ਤਰ੍ਹਾਂ ਕਾਮ ਰੂਪ ਹੁੰਦਾ ਉਹਦਾ ਹੀ ਸਰੂਪ ਇੰਨੇ ਸੁੰਦਰ ਹਨ। ਬਾਹੂ ਹੈ ਪ੍ਰਲੰਬ ਮੁਖ ਰੂਪ ਨੇ ਸਨਾਥ ਕੋ। ਤੇ ਮਹਾਰਾਜ ਜੀ ਦੀਆਂ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਜੋ ਹਜੇ ਬਾਲਾ ਪ੍ਰੀਤਮ ਕਹਿ ਲਈਏ ਆਪਾਂ, ਸਤਿਗੁਰੂ ਜੀ ਉਮਰ 9 ਸਾਲ ਦੀ ਹੈ ਸਤਿਗੁਰਾਂ ਦੀ, ਤੇ ਸਿੱਖ ਸੰਗਤ ਜਿਹੜੀ ਹੈ ਮਹਾਰਾਜ ਜੀ ਦੀ ਸਿਫਤ ਕਰ ਰਹੀ ਹੈ, ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਦੀਆਂ ਨੇ ਸੰਗਤਾਂ। ਤੇ ਜਿਸ ਤਰ੍ਹਾਂ ਦਾ ਮਹਾਰਾਜ ਜੀ ਦਾ ਸਰੂਪ ਦੇਖਦੇ ਨੇ, ਉਸ ਸਰੂਪ ਨੂੰ ਦੇਖ ਕਰਕੇ ਸਿੱਖ ਜਿਹੜੀ ਹੈ, ਸਿੱਖ ਸੰਗਤ ਜਿਹੜੀ ਹੈ ਮਹਾਰਾਜ ਜੀ ਦੀ ਸਰੂਪ ਦੀ ਵਡਿਆਈ ਕਰਦੀ, ਸਿਫਤ ਕਰਦੀ ਹੋਈ ਕਹਿੰਦੀ ਹੈ ਕਿ ਮਹਾਰਾਜ ਜੀ ਦੀਆਂ ਬਾਹਾਂ ਜਿਹੜੀਆਂ ਨੇ ਬਹੁਤ ਲੰਮੀਆਂ ਨੇ। ਮੁੱਖ ਰੂਪ ਨਿਸਨਾਥ ਕੋ, ਮਹਾਰਾਜ ਜੀ ਦਾ ਜਿਹੜਾ ਮੁਖੜਾ ਹੈ ਨਾ ਇਹ ਚੰਦਰਮਾ ਦੇ ਸਮ ਹੈ। ਲੋਚਨ ਵਿਸਾਲ ਤੇ ਬਿਲੋਕਤ ਨਿਹਾਲ ਕਰੈ। ਤੇ ਮਹਾਰਾਜ ਜੀ ਦੇ ਜਿਹੜੇ ਨੇਤਰ ਨੇ ਬੜੇ ਵੱਡੇ ਵੱਡੇ ਨੇ, ਪਰ ਜਿਹਦੇ ਵੱਲ ਵੀ ਵੇਖਦੇ ਨੇ ਸਤਿਗੁਰੂ ਜੀ ਕਿਰਪਾ ਭਰੀ ਦ੍ਰਿਸ਼ਟੀ ਦੇ ਨਾਲ ਉਹਨੂੰ ਨਿਹਾਲ ਕਰ ਦਿੰਦੇ ਹਨ। ਚਾਰ ਔਰ ਸੰਗਤਾਂ ਨਿਵਾਵੇਂ ਪਗ ਮਾਥ ਕੋ। ਤੇ ਚਾਰੇ ਹੀ ਦਿਸ਼ਾਵਾਂ ਦੇ ਵਿੱਚੋਂ ਸੰਗਤਾਂ ਆਉਂਦੀਆਂ ਨੇ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ, ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ। ਤੇ ਨਾਲ ਹੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀਵਾਨ ਵਿੱਚ ਆਉਂਦੇ ਤੇ ਉਹ ਜਿਹੜੀਆਂ ਸੰਗਤਾਂ ਆਉਂਦੀਆਂ ਉਹ ਸਤਿਕਾਰ ਕਰਦਿਆਂ ਹੋਇਆਂ ਸਤਿਗੁਰਾਂ ਨੂੰ ਨਮਸਕਾਰ ਕਰਦੀਆਂ ਹਨ। ਸੂਤਾ ਕੇ ਸਹਿਤ ਚੰਦੂ ਭਾਗ ਜੇ ਮਹਿਤ ਹੋਏ। ਤੇ ਇਹ ਸਿੱਖ ਕਹਿੰਦੇ ਆ ਕਿ ਜਿਹੜਾ ਚੰਦੂ ਹੈ ਨਾ, ਤੁਸੀਂ ਤਾਂ ਇਹ ਗੱਲ ਕਹਿੰਦੇ ਹੋ ਕਿ ਚੰਦੂ ਦੇ ਨਾਲ ਜਿਹਦਾ ਰਿਸ਼ਤਾ ਬਣੇਗਾ ਉਹਦੇ ਵੱਡੇ ਭਾਗ ਹੋਣਗੇ, ਪਰ ਸਿੱਖ ਇਹ ਗੱਲ ਕਹਿੰਦੇ ਨੇ ਕਿ ਜੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਘਰ ਦੇ ਨਾਲ ਚੰਦੂ ਦੀ ਲੜਕੀ ਦਾ ਨਾਤਾ ਜੁੜ ਜਾਵੇ ਤਾਂ ਫਿਰ ਚੰਦੂ ਦੀ ਲੜਕੀ ਦੇ ਵੀ ਵੱਡੇ ਭਾਗ ਨੇ ਤੇ ਚੰਦੂ ਦੇ ਵੀ ਵੱਡੇ ਭਾਗ ਹੋਣਗੇ। ਬਨੈ ਸੰਬੰਧ ਤਬ ਸਤਿਗੁਰੂ ਸਾਥ ਕੋ। ਹਾਂ, ਕਹਿੰਦੇ ਜੇ ਇਹ ਸੰਬੰਧ ਬਣ ਜਾਵੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਸੰਬੰਧ ਜੁੜ ਜਾਵੇ ਸਤਿਗੁਰਾਂ ਦੇ ਨਾਲ, ਤਾਂ ਚੰਦੂ ਦੇ ਤੇ ਚੰਦੂ ਦੀ ਲੜਕੀ ਦੇ ਬਹੁਤ ਵੱਡੇ ਭਾਗ ਹਨ। ਕਬੇਤ ਸੁਨ ਦਿਜਬਰ ਉਰ ਹਰਖ ਅਧਿਕ ਧਰ। ਤੇ ਇਸ ਤਰ੍ਹਾਂ ਜਦੋਂ ਇਹ ਸ਼੍ਰੇਸ਼ਟ ਜਿਹੜੇ ਬ੍ਰਾਹਮਣ ਸੀ ਇਹ ਗਏ ਹੈ
ਇਹਨਾਂ ਨੇ ਸਾਰੀ ਗੱਲਬਾਤ ਇੱਥੇ ਲਾਹੌਰ ਦੀਆਂ ਸੰਗਤਾਂ ਦੇ ਵਿੱਚ ਕੀਤੀ। ਸਿੱਖਾਂ ਨੇ ਮਹਾਰਾਜ ਜੀ ਦੀ ਸਿਫਤ ਕੀਤੀ ਹੈ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੀ ਸਿਫਤ ਕੀਤੀ ਹੈ ਤੇ ਬੜੇ ਹੀ ਪ੍ਰਸੰਨ ਹੋਏ ਆਪਣੇ ਮਨ ਦੇ ਅੰਦਰ। ਰੂਰੋ ਬਰ ਗੁਰੂ ਪਾਇਓ ਵਿੱਚ ਰਤ ਗਏ ਹਾਰ। ਹਾਂ, ਇਸ ਤਰ੍ਹਾਂ ਇਹ ਮਨ ਵਿੱਚ ਵਿਚਾਰ ਕਰਦੇ ਕਿ ਅਸੀਂ ਤਾਂ ਲੱਭਦੇ ਲੱਭਦੇ ਹਾਰ ਗਏ ਸੀ, ਥੱਕ ਗਏ, ਹੁਣ ਪਰ ਗੁਰੂ ਦੇ ਰੂਪ ਦੇ ਵਿੱਚ ਸਾਨੂੰ ਸੁੰਦਰ ਵਰ ਜਿਹੜਾ ਹੈ ਇਹ ਪ੍ਰਾਪਤ ਹੋਇਆ ਹੈ। ਰੂਪਵਤੀ ਕੰਨਿਆ ਹੋਤੀ ਬਾਲਕ ਸੁਨਿਓ ਸੋ ਸਤੈ ਸੋ। ਹਾਂ, ਕਹਿੰਦੇ ਜਿਹੜੀ ਕੰਨਿਆ ਵਾ ਚੰਦੂ ਦੀ ਲੜਕੀ ਹੈ ਉਹ ਵੀ ਬੜੀ ਰੂਪ ਵਾਲੀ ਹੈ, ਸੁੰਦਰ ਹੈ, ਸੁਸ਼ੀਲ ਹੈ। ਤੇ ਗੁਰੂ ਮਹਾਰਾਜ ਜੀ ਦਾ ਜਿਹੜਾ ਸੁਪੁੱਤਰ ਹੈ, ਇਸ ਬਾਲਕ ਦੇ ਬਾਰੇ ਅਸੀਂ ਸੁਣਿਆ, ਇਹ ਵੀ ਉਹਦੇ ਵਾਂਗੂ ਹੀ ਸੁੰਦਰ ਸਰੂਪ ਵਾਲੇ ਹਨ। ਦੇਰ ਨਾ ਬਨਤ ਅਬ ਗਮਨ ਤੀਨੋਂ ਕੇ ਦਵਾਰ। ਤੇ ਇਹ ਮਨ ਵਿੱਚ ਵਿਚਾਰ ਕਰਦੇ ਕਿ ਹੁਣ ਦੇਰ ਨਹੀਂ ਸਾਨੂੰ ਕਰਨੀ ਚਾਹੀਦੀ, ਕਿਉਂਕਿ ਅਸੀਂ ਲੱਭਦਿਆਂ ਸਾਰੇ ਕਿਤੇ ਹਾਰ ਥੱਕ ਕੇ ਇੱਥੇ ਆ ਗਏ ਸੀ ਤੇ ਹੁਣ ਸਾਨੂੰ ਇਹ ਸੁੰਦਰ ਸਰੂਪ ਵਾਲਾ ਜਿਹੜਾ ਬਾਲਕ ਹੈ ਮਿਲ ਗਿਆ ਤੇ ਹੁਣ ਸਾਨੂੰ ਦੇਰ ਨਹੀਂ ਕਰਨੀ ਚਾਹੀਦੀ, ਛੇਤੀ ਦੇ ਨਾਲ ਸਾਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਦੁਆਰੇ ਤੇ ਜਾਣਾ ਚਾਹੀਦਾ ਹੈ। ਜਾਨ ਪੈ ਅਰੂੜ ਕਰ ਆਨੰਦ ਅਗੂੜ ਕਰ। ਤੇ ਇਸ ਤਰ੍ਹਾਂ ਕਹਿੰਦੇ ਇਹ ਜਿਹੜੀ ਸਵਾਰੀ ਦੇ ਉੱਤੇ ਆਏ ਸੀ ਉਹ ਤੇ ਚੜ ਕੇ ਬੜੀ ਖੁਸ਼ੀ ਦੇ ਸਹਿਤ ਹੋ ਕਰਕੇ। ਪੰਥ ਮੈਂ ਪਿਆ ਨੇ ਬਾਤ ਚਿੱਤ ਮੈਂ ਵਿਚਾਰ ਚਾਰ। ਆ ਮਨ ਦੇ ਵਿੱਚ ਕਹਿੰਦੇ ਸੁੰਦਰ ਵਿਚਾਰਾਂ ਨੂੰ ਧਾਰਨ ਕਰਦੇ ਜਾਂਦੇ ਤੇ ਰਸਤੇ ਦੇ ਵਿੱਚ ਤੁਰੇ ਜਾ ਰਹੇ ਆ, ਸਵਾਰੀਆਂ ਦੇ ਉੱਤੇ ਚੜੇ ਹੋਏ ਨੇ ਤੇ ਵਿਚਾਰ ਕਰਦੇ ਹੋਏ ਲਾਹੌਰ ਤੋਂ ਇਹ ਚੱਲੇ ਆ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ, ਜਦੋਂ ਉਸ ਦਾ ਨਾਮ ਸ੍ਰੀ ਰਾਮਦਾਸ ਚੱਕ ਹੈ। ਰਾਮਦਾਸ ਪੂਰੀ ਮੈਂ ਪ੍ਰਵੇਸ਼ ਭਏ ਆਨ ਕਰ। ਆ ਕਹਿੰਦੇ ਲਾਹੌਰ ਤੋਂ ਚੱਲ ਕਰਕੇ ਇਹ ਰਾਮਦਾਸਪੁਰੀ ਦੇ ਵਿੱਚ, ਭਾਵ ਜੋ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਨਾਂ ਦੇ ਉੱਤੇ ਇਹ ਨਗਰ ਵਸਿਆ ਸੀ ਸ੍ਰੀ ਰਾਮਦਾਸ ਚੱਕ, ਇਸ ਨਗਰ ਦੇ ਵਿੱਚ ਪਹੁੰਚੇ ਹਨ। ਸੁਧਾ ਸਰ ਹੇਰ ਕੈ ਪ੍ਰਸੰਨਤਾ ਵਿਸ਼ੇਸ਼ ਧਾਰ। ਤੇ ਇਸ ਤਰ੍ਹਾਂ ਕਹਿੰਦੇ ਜਦੋਂ ਚੱਲ ਕਰਕੇ ਇਹ ਮਹਾਰਾਜ ਜੀ ਦੇ ਨਗਰ ਦੇ ਵਿੱਚ ਆਏ, ਜਿਸ ਨੂੰ ਅੱਜ ਕੱਲ੍ਹ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਕਹਿੰਦੇ ਆ। ਇਹਦਾ ਪਹਿਲਾ ਨਾਂ ਜਿਹੜਾ ਸੀ ਰਾਮਦਾਸ ਚੱਕ ਸੀ ਤੇ ਇਹਦਾ ਨਾਂ ਸ੍ਰੀ ਅੰਮ੍ਰਿਤਸਰ ਸਾਹਿਬ ਤਾਂ ਪਿਆ ਕਿਉਂਕਿ ਉੱਥੇ ਮਹਾਰਾਜ ਜੀ ਨੇ ਸੁਧਾ ਸਰੋਵਰ ਬਣਾਉਣਾ ਕੀਤਾ, ਅੰਮ੍ਰਿਤ ਦਾ ਸਰੋਵਰ। ਅੰਮ੍ਰਿਤ ਦਾ ਸਰੋਵਰ ਹੋਣ ਕਰਕੇ ਇਸ ਸ਼ਹਿਰ ਦਾ ਨਾਂ ਅੰਮ੍ਰਿਤਸਰ ਪੈ ਗਿਆ। ਅੰਮ੍ਰਿਤ ਸਰ ਦਾ ਅਰਥ ਹੁੰਦਾ ਸਰੋਵਰ, ਵੀ ਅੰਮ੍ਰਿਤ ਦਾ ਸਰੋਵਰ ਹੋਣ ਕਰਕੇ ਸ਼ਹਿਰ ਦਾ ਨਾਂ ਸ੍ਰੀ ਅੰਮ੍ਰਿਤਸਰ ਸਾਹਿਬ ਹੋਇਆ। ਤੇ ਇਹ ਆਏ ਨੇ ਸੁਧਾ ਸਰ ਹੇਰ ਕੈ ਪ੍ਰਸੰਨਤਾ ਵਿਸ਼ੇਸ਼ ਧਾਰ। ਇਹਨਾਂ ਨੇ ਆ ਕੇ ਸੁੰਦਰ ਸਰੋਵਰ ਦੇ ਦਰਸ਼ਨ ਕੀਤੇ ਤੇ ਬਹੁਤ ਹੀ ਪ੍ਰਸੰਨ ਖੁਸ਼ ਹੋਏ ਹਨ। ਸਵਈਆ ਅੰਦਰ ਸ਼੍ਰੀ ਹਰਿਮੰਦਰ ਕੇ ਗੁਰ ਸੁੰਦਰ ਰੂਪ ਬਿਰਾਜਤ ਹੈ। ਹਾਂ, ਤੇ ਕਹਿੰਦੇ ਜਦੋਂ ਇਹਨਾਂ ਨੇ ਆ ਕਰਕੇ ਦਰਸ਼ਨ ਕੀਤੇ ਆ, ਪਹਿਲਾਂ ਸਰੋਵਰ ਦੇ ਦਰਸ਼ਨ ਕੀਤੇ, ਬੜੇ ਪ੍ਰਸੰਨ ਹੋਏ। ਫਿਰ ਸਰੋਵਰ ਦੇ ਅੰਦਰ ਹੀ ਮਹਾਰਾਜ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ। ਹਰਿਮੰਦਰ ਸਾਹਿਬ ਮਹਾਰਾਜ ਜੀ ਨੇ ਬਣਵਾਇਆ ਸੀ ਤੇ ਇਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਹਨ। ਤੇ ਦਰਸ਼ਨ ਕਰਕੇ ਜਦੋਂ ਅੰਦਰ ਇਹ ਦਰਸ਼ਨ ਕਰਨ ਵਾਸਤੇ ਗਏ ਤਾਂ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਉੱਥੇ ਬਿਰਾਜਮਾਨ ਹਨ। ਸੰਗਤ ਆਵਤ ਹੈ ਇੱਕ ਜਾਤ ਨਿਹਾਰਤ ਹੀ ਅਗ ਭਾਜਤ ਹੈ। ਤੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸੰਗਤਾਂ ਆਉਂਦੀਆਂ। ਕਈ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ ਤੇ ਕਈ ਜਿਹੜੀਆਂ ਸੰਗਤਾਂ ਨੇ ਮਹਾਰਾਜ ਜੀ ਦੇ ਦਰਸ਼ਨ ਕਰਨ ਕਰਕੇ ਵਾਪਸ ਜਾ ਰਹੇ ਨੇ, ਮਹਾਰਾਜ ਜੀ ਦੇ ਕੋਲੋਂ ਮਨ ਇੱਛਤ ਫਲਾਂ ਦੀ ਪ੍ਰਾਪਤੀ ਕਰਕੇ। ਇਸ ਤਰ੍ਹਾਂ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਕਰਕੇ ਉਹ ਵਾਪਸ ਜਾਂਦੀਆਂ ਨੇ ਸੰਗਤਾਂ। ਤੇ ਜਿਹੜਾ ਵੀ ਮਹਾਰਾਜ ਜੀ ਦੇ ਦਰਸ਼ਨ ਕਰਦਾ ਉਹਦੇ ਜਿਹੜੇ ਪਾਪ ਨੇ ਉਹ ਨੱਸ ਜਾਂਦੇ ਹਨ। ਗਾਵਤ ਰਾਗ ਰਬਾਬੀ ਕਨੇ ਫਿਰ ਆਗੇ ਸੁਬਾਦਤ ਬਾਜਤ ਹੈ। ਤੇ ਮਹਾਰਾਜ ਜੀ ਵਿਰਾਜਮਾਨ ਨੇ ਆਸਣ ਦੇ ਉੱਤੇ, ਆਪਣੀ ਗੱਦੀ ਦੇ ਉੱਤੇ, ਤੇ ਰਾਗੀ ਸਿੰਘ ਨੇ ਜਿਹੜੇ ਰਬਾਬੀ ਸਿੰਘ ਨੇ ਉਹ ਰਾਗ ਦੇ ਵਿੱਚ ਕੀਰਤਨ ਕਰ ਰਹੇ ਹਨ। ਤੇ ਨਾਲ ਹੀ ਜਿਹੜੇ ਕੀਰਤਨ ਕਰਨ ਵਾਸਤੇ ਸਾਜ਼ ਨੇ ਉਹ ਵੀ ਬੜੇ ਮਨੋਹਰ ਢੰਗ ਦੇ ਨਾਲ ਰਾਗ ਦੇ ਵਿੱਚ ਸ਼ਬਦਾਂ ਨੂੰ ਪਾ ਕਰਕੇ ਜਿਹੜੇ ਸਾਜ਼ ਨੇ ਵਜਾ ਰਹੇ ਹਨ। ਹੋਤ ਅਨੇਕਨ ਕੀ ਅਰਦਾਸ ਮਨੋਰਥ ਸੇਵਕ ਸਾਜਤ ਹੈ। ਤੇ ਅਨੇਕਾਂ ਹੀ ਸੰਗਤਾਂ ਜਿਹੜੀਆਂ ਨੇ, ਸੇਵਕ ਜਿਹੜੇ ਨੇ ਉਹ ਆ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਆਪਣੀਆਂ ਕਰਦੀਆਂ ਨੇ।
ਤੇ ਮਹਾਰਾਜ ਜੀ ਉਹਨਾਂ ਦੀ ਭਾਵਨਾ ਦੇ ਅਨੁਸਾਰ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਨੂੰ ਪੂਰੀਆਂ ਕਰਦੇ ਨੇ। ਤੇ ਸਿੱਖ ਜਿਹੜੇ ਨੇ ਅਰਦਾਸਾਂ ਬੇਨਤੀਆਂ ਕਰਨ ਵਾਲੇ ਸਤਿਗੁਰਾਂ ਦੇ ਸਨਮੁਖ ਹੋ ਕਰਕੇ ਟਿਕੇ ਹਨ। ਸਵਈਆ ਦੇਖ ਪ੍ਰਤਾਪ ਵਿਸਾਲ ਗੁਰੂ ਕਹੋ, ਬੇਪਰ ਆਨੰਦ ਲਹਿਓ ਉਰ ਭਾਰੀ। ਇਸ ਤਰ੍ਹਾਂ ਜਦੋਂ ਇਹਨਾਂ ਬ੍ਰਾਹਮਣਾਂ ਨੇ ਤੇ ਨਾਲ ਇਹਨਾਂ ਦੇ ਇੱਕ ਨਾਈ ਸੀ, ਦੋਵਾਂ ਨੇ ਵੇਖਿਆ ਨਾ ਕਿ ਮਹਾਰਾਜ ਜੀ ਦਾ ਬੜਾ ਪ੍ਰਤਾਪ ਹੈ, ਸਤਿਗੁਰਾਂ ਦਾ ਵੀ ਬੜੀਆਂ ਸੰਗਤਾਂ ਆ ਰਹੀਆਂ ਨੇ, ਦਰਸ਼ਨ ਦੀਦਾਰੇ ਕਰਦੀਆਂ ਨੇ, ਤੇ ਸਤਿਗੁਰਾਂ ਦੇ ਮੁਖੜੇ ਦਾ ਵੀ ਬੜਾ ਪ੍ਰਤਾਪ ਹੈ, ਬਾਣੀ ਦਾ ਪ੍ਰਤਾਪ ਹੈ ਸਤਿਗੁਰਾਂ ਦਾ। ਤੇ ਇਸ ਤਰ੍ਹਾਂ ਇਹ ਵਿਪਰ ਜਿਹੜਾ ਬ੍ਰਾਹਮਣ ਹੈ, ਇਹਨੇ ਬੜਾ ਹੀ ਮਨ ਦੇ ਵਿੱਚ ਆਪਣੇ ਹਿਰਦੇ ਵਿੱਚ ਆਨੰਦ ਨੂੰ, ਖੁਸ਼ੀ ਨੂੰ ਧਾਰਨ ਕੀਤਾ ਹੈ। ਚੰਦੂ ਮਨਿੰਦ ਹੈ ਕਹਿ ਬਿਲੰਦ ਹੈ, ਮਾਨਤ ਬੰਧਨ ਕੈ ਨਰ ਨਾਰੀ। ਤੇ ਇਹ ਆਪਣੇ ਮਨ ਦੇ ਵਿੱਚ ਸਾਧ ਸੰਗਤ ਜੀ ਵਿਚਾਰ ਕਰਦਾ ਬ੍ਰਾਹਮਣ ਕਿ ਚੰਦੂ ਦੇ ਨਾਲੋਂ ਵੀ ਇਹ ਵੱਡੇ ਨੇ, ਵੀ ਚੰਦੂ ਤਾਂ ਹਜੇ ਕੁਝ ਵੀ ਨਹੀਂ ਇਹਨਾਂ ਦੇ ਸਾਹਮਣੇ, ਇਹ ਤਾਂ ਚੰਦੂ ਦੇ ਨਾਲੋਂ ਵੀ ਵੱਡੇ ਨੇ, ਕਿਉਂਕਿ ਇਹਨਾਂ ਨੂੰ ਤਾਂ ਬਹੁਤ ਸਾਰੇ ਮਨੁੱਖ ਜਿਹੜੇ ਨੇ, ਇਸਤਰੀਆਂ ਜੜੀਆਂ ਨੇ ਆ ਕਰਕੇ ਨਮਸਕਾਰਾਂ ਕਰਦੀਆਂ। ਚੰਦੂ ਨੂੰ ਤਾਂ ਕੋਈ ਆ ਕੇ ਛੇਤੀ ਕਿਤੇ ਡਰਦਾ ਮਾਰੇ ਨਮਸਕਾਰ ਕਰਦਾ, ਪ੍ਰੇਮ ਨਾਲ ਨਹੀਂ ਕੋਈ ਕਰਦਾ ਸੀ। ਤੇ ਪਰ ਮਹਾਰਾਜ ਜੀ ਦੇ ਚਰਨਾਂ ਵਿੱਚ ਤਾਂ ਅਨੇਕਾਂ ਹੀ ਲੋਕ ਆਉਂਦੇ ਨੇ, ਸੰਗਤ ਦੇ ਰੂਪ ਵਿੱਚ ਆ ਕਰਕੇ ਨਮਸਕਾਰਾਂ ਕਰਦੇ ਆ। ਇਸ ਕਰਕੇ ਚੰਦੂ ਦੇ ਨਾਲੋਂ ਵੀ ਵੱਡੇ ਹਨ। ਸ਼੍ਰੀ ਹਰਿ ਗੋਬਿੰਦ ਏਤ ਨੇ ਮੈਂ ਤਹ ਆਏ ਗਏ ਦੁੱਤ ਦੀਰਘ ਧਾਰੀ। ਇਸ ਤਰ੍ਹਾਂ ਇਹ ਬ੍ਰਾਹਮਣ ਜਿਹੜਾ ਸੀ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰ ਰਿਹਾ ਸੀ, ਕੀਰਤਨ ਹੋ ਰਿਹਾ ਸੀ, ਤੇ ਇਹਨੇ ਸਭ ਕੁਝ ਦੇਖਿਆ, ਸਤਿਗੁਰਾਂ ਦੇ ਪ੍ਰਤਾਪ ਨੂੰ ਜਾਣਿਆ। ਇੰਨੇ ਸਮੇਂ ਦੇ ਵਿੱਚ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸੁਪੁੱਤਰ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਆਏ ਹਨ, ਜਿਨ੍ਹਾਂ ਦਾ ਸਰੀਰ ਜਿਹੜਾ ਬਹੁਤ ਵੱਡਾ ਹੈ ਤੇ ਜਿਨ੍ਹਾਂ ਦੀ ਸੋਭਾ ਵੀ ਬਹੁਤ ਜ਼ਿਆਦੇ ਹੈ। ਸੰਗਤ ਦੇਖਤ ਪ੍ਰੇਮ ਵਿਸ਼ੇਖ, ਅਸ਼ੇਖ ਖਰੇ ਹੋਏ ਆਦਰਕਾਰੀ। ਤੇ ਜਿਹੜੀ ਸੰਗਤ ਹੈ ਨਾ, ਉਹ ਛੇਵੇਂ ਪਾਤਸ਼ਾਹ ਜੀ ਦੇ ਨਾਲ ਬੜਾ ਪਿਆਰ ਕਰਦੀ ਹੈ। ਤੇ ਜਦੋਂ ਛੇਵੇਂ ਪਾਤਸ਼ਾਹ ਜੀ ਮਹਾਰਾਜ ਆਏ ਨੇ ਦਰਬਾਰ ਦੇ ਅੰਦਰ, ਤੇ ਪ੍ਰੇਮ ਦੇ ਸਹਿਤ ਹੋ ਕਰਕੇ ਨਾ ਜਿਹੜੀ ਸੰਗਤ ਹੈ ਆਦਰ ਕਰਨ ਵਾਸਤੇ ਸਤਿਗੁਰਾਂ ਦਾ ਖੜੀ ਹੋਈ ਹੈ। ਕਬਿਤ ਕੋਕਨਦ ਪਦ ਮ੍ਰਿਦੁ ਰਕਤ ਸ਼ਬੀਲੇ ਆਤੇ। ਇਥੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਹੁਣ ਛੇਵੇਂ ਪਾਤਸ਼ਾਹ ਜੀ ਦਾ ਜੋ ਸਰੂਪ ਹੈ ਨਾ ਸਰੀਰਕ, ਉਹਦੀ ਗੱਲ ਕਰ ਰਹੇ ਕਿ ਮਹਾਰਾਜ ਜੀ ਦਾ ਸਰੀਰ ਕਿਸ ਤਰ੍ਹਾਂ ਦਾ। ਸਤਿਗੁਰਾਂ ਦਾ ਜਿਹੜਾ ਸਰੀਰ ਹੈ ਕਹਿੰਦੇ ਉਹ ਕਮਲ ਦੇ ਫੁੱਲ ਵਰਗਾ ਕੋਮਲ ਹੈ, ਤੇ ਉਹਨਾਂ ਦੇ ਜਿਹੜੇ ਸਰੀਰ ਹੈ ਨਾ, ਮੁਖੜਾ ਵਾ ਮਹਾਰਾਜ ਜੀ ਦਾ, ਉਹ ਲਾਲ ਰੰਗ ਦਾ, ਜਿਵੇਂ ਲਾਲ ਰੰਗ ਦਾ ਕਮਲ ਹੁੰਦਾ ਨਾ, ਤੇ ਲਾਲ ਰੰਗ ਦੇ ਕਮਲ ਵਰਗਾ ਸਤਿਗੁਰਾਂ ਦਾ ਸਰੀਰ ਹੈ। ਹੀਰਨ ਕੀ ਪੰਗਤ ਜਿਉ ਨਖ ਹੈ ਆਨੰਦਕਾਰ। ਤੇ ਮਹਾਰਾਜ ਜੀ ਦੇ ਜਿਹੜੇ ਨੌ ਨੇ ਨਾ, ਸਤਿਗੁਰਾਂ ਦੇ ਚਰਨਾਂ ਦੇ ਨੌ ਜਿਹੜੇ ਨੇ, ਤੇ ਉਹ ਇਸ ਤਰ੍ਹਾਂ ਨੇ ਜਿਵੇਂ ਹੀਰਿਆਂ ਦੀਆਂ ਪੰਗਤੀਆਂ ਜੜੀਆਂ ਹੋਣ, ਇੰਨੇ ਚਮਕਦਾਰ ਹਨ ਸਤਿਗੁਰਾਂ ਦੇ ਚਰਨਾਂ ਦੇ ਜਿਹੜੇ ਨੌ ਹਨ। ਚਿਕਨ ਆਕਾਰ ਏਕ ਸਾਰ ਜੁਗ ਜੰਗ ਨੀਕੇ। ਤੇ ਮਹਾਰਾਜ ਜੀ ਦੀਆਂ ਜਿਹੜੀਆਂ ਲੱਤਾਂ ਨੇ ਇੱਕ ਸਾਰ ਨੇ, ਜਿਸ ਤਰ੍ਹਾਂ ਕਹਿੰਦੇ ਕਿ ਕਿਸੇ ਦੀ ਲੱਤ ਵੱਡੀ ਛੋਟੀ ਹੋ ਜਾਂਦੀ, ਕਈ ਵਾਰ ਪਤਲੀ ਹੁੰਦੀ ਜਾਂ ਇੱਕ ਮੋਟੀ ਹੁੰਦੀ, ਪਰ ਸਤਿਗੁਰਾਂ ਦੀ ਬਖਸ਼ਿਸ਼ ਹੈ ਕਿ ਸਤਿਗੁਰਾਂ ਦਾ ਸਰੀਰ ਦੀਆਂ ਜਿਹੜੀਆਂ ਲੱਤਾਂ ਨੇ ਲੰਮੀਆਂ ਨੇ ਤੇ ਇੱਕ ਸਾਰ ਹਨ। ਗੁਲਫ ਸੁਜਾਨੂ ਗ੍ਰੰਥ ਨਿਠੁਰ ਬਿਲੰਦਕਾਰ। ਤੇ ਮਹਾਰਾਜ ਜੀ ਦੇ ਜਿਹੜੇ ਗੋਡੇ ਨੇ, ਗਿੱਟੇ ਨੇ ਸਤਿਗੁਰਾਂ ਦੇ, ਉਹ ਵੀ ਜਿਹੜੇ ਨੇ ਬੜੇ ਹੀ ਗੰਢਦਾਰ ਨੇ, ਭਾਵ ਮੋਟੇ ਮੋਟੇ ਨੇ, ਸਤਿਗੁਰਾਂ ਦੇ ਬੜੇ ਹੀ ਸੁੰਦਰ ਹਨ। ਤ੍ਰਿਵਲੀ ਉਦਰ ਪਰ ਨਾਭਿਕਾ ਗੰਭੀਰ ਸ਼ੁਭ। ਤੇ ਮਹਾਰਾਜ ਜੀ ਦੇ ਜਿਹੜਾ ਪੇਟ ਹੈ ਸਤਿਗੁਰਾਂ ਦਾ, ਉਦਰ ਹੈ, ਸਤਿਗੁਰਾਂ ਦੇ ਉਦਰ ਦੇ ਉੱਤੇ 3 ਵਲ ਪੈਂਦੇ ਨੇ, ਤੇ 3 ਵਲ ਪੈ ਰਹੇ। ਤੇ ਜਿਹੜੀ ਸਤਿਗੁਰਾਂ ਦੀ ਨਾਭੀ ਹੈ ਨਾ, ਜਿਹਨੂੰ ਆਪਾਂ ਨਾਭੀ ਸ਼ਬਦ ਜਿਹੜਾ ਵਰਤਿਆ ਜਾਂਦਾ, ਜਾਂ ਪੰਜਾਬ ਦੇ ਵਿੱਚ ਉਹਨੂੰ ਧੁੰਨੀ ਸ਼ਬਦ ਕਹਿ ਦਿੰਦੇ ਆ, ਇਹ ਜਿਹੜੀ ਨਾਭੀ ਹੈ ਸਤਿਗੁਰਾਂ ਦੀ ਬੜੀ ਹੀ ਗੰਭੀਰ ਡੂੰਘੀ ਹੈ ਤੇ ਚੰਗੀ ਹੈ। ਆਯੁਤ ਸੋ ਛਾਤੀ ਦਵੈ ਉਤੰਗ ਹੈ ਸਿਕੰਦਕਾਰ। ਤੇ ਮਹਾਰਾਜ ਜੀ ਦੀ ਜਿਹੜੀ ਛਾਤੀ ਹੈ ਬੜੀ ਚੌੜੀ ਹੈ, ਤੇ ਮੋਢੇ ਸਤਿਗੁਰਾਂ ਦੇ ਜਿਹੜੇ ਹਨ ਬੜੇ ਉੱਚੇ ਹਨ। ਗਾਢੇ ਭੁਜ ਡੰਡ ਹੈ ਪ੍ਰਚੰਡ ਬਲ ਵੰਡ ਵੱਡੇ। ਤੇ ਮਹਾਰਾਜ ਜੀ ਦੀਆਂ ਜਿਹੜੀਆਂ ਬਾਹਾਂ ਨੇ ਉਹ ਬੜੀਆਂ ਲੰਮੀਆਂ ਲੰਮੀਆਂ ਬਾਹਾਂ, ਸਤਿਗੁਰਾਂ ਦੀਆਂ ਬੜੀਆਂ ਲੰਮੀਆਂ ਬਾਹਾਂ ਨੇ, ਤੇ ਬੜੇ ਹੀ ਬੜ ਵਾਲੀਆਂ ਨੇ ਬਾਹਾਂ ਦੇ ਵਿੱਚ। ਸਤਿਗੁਰਾਂ ਦੇ ਭੁਜਾਵਾਂ ਵਿੱਚ ਬਹੁਤ ਜ਼ਿਆਦੇ ਬਲ ਹੈ। ਕੁੰਜਰ ਕੀ ਸੁੰਡ ਜਿਮ ਸ਼੍ਰੀ ਹਰਿ ਗੋਬਿੰਦਕਾਰ। ਹਾਂ, ਕਹਿੰਦੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀਆਂ ਜਿਹੜੀਆਂ ਬਾਹਾਂ ਨੇ ਇਸ ਤਰ੍ਹਾਂ ਨੇ ਮਾਨੋ
ਜਿਵੇਂ ਹਾਥੀ ਦੀ ਸੁੰਡ ਹੁੰਦੀ ਹੈ, ਏਡੇ ਬਲ ਵਾਲੀਆਂ ਹਨ। ਕਬਿਤ ਹਾਥ ਦਵੈ ਪਾਥੋਜ ਸਮ ਪੱਲਵ ਸੇ ਪਲਵਨ। ਤੇ ਮਹਾਰਾਜ ਜੀ ਦੇ ਜਿਹੜੇ ਹੱਥ ਨੇ ਉਹ ਇਸ ਤਰ੍ਹਾਂ ਨੇ ਜਿਵੇਂ ਕਮਲ ਫੁੱਲ ਖਿੜਿਆ ਹੁੰਦਾ, ਉਹਦੀਆਂ ਵੱਡੀਆਂ ਵੱਡੀਆਂ ਪੱਤੀਆਂ ਹੁੰਦੀਆਂ ਨੇ, ਇਸ ਤਰ੍ਹਾਂ ਸਤਿਗੁਰਾਂ ਦੇ ਹੱਥ ਜਿਹੜੇ ਵੱਡੇ ਹਨ। ਤਾਂ ਪੈ ਨਗ ਸੂਚੇ ਖਚ ਨਖਨ ਕੀ ਪੰਗਤੀ। ਤੇ ਕਹਿੰਦੇ ਮਹਾਰਾਜ ਜੀ ਦੇ ਹੱਥਾਂ ਦੇ ਹਸਤ ਕਮਲਾਂ ਦੇ ਜਿਹੜੇ ਨਹੁੰ ਨੇ ਨਾ ਉਂਗਲਾਂ ਦੇ ਉੱਤੇ, ਉਹ ਨਹੁੰ ਇਸ ਤਰ੍ਹਾਂ ਪ੍ਰਤੀਤ ਹੁੰਦੇ ਆ ਜਿਵੇਂ ਉਹਨਾਂ ਦੇ ਵਿੱਚ ਸੁੱਚੇ ਨਗ ਜਿਹੜੇ ਹੁੰਦੇ ਆ ਉਹ ਜੜੇ ਹੋਣ, ਉਹਨਾਂ ਦੀਆਂ ਹੀ ਪੰਗਤੀਆਂ ਕਤਾਰਾਂ ਹੋਣ। ਚੰਦਰਮਾ ਬਦਨ ਸਭ ਸੁਖ ਮਾ ਸਦਨ। ਤੇ ਮਹਾਰਾਜ ਜੀ ਦਾ ਜਿਹੜਾ ਮੁਖੜਾ ਹੈ ਚੰਦਰਮਾ ਦੀ ਨਿਆਈ ਹੈ। ਸਾਧ ਸੰਗਤ ਜੀ, ਚੰਦਰਮਾ ਵੀ ਤਾਂ ਕਲੰਕਿਤ ਹੈ, ਪਰ ਇਹ ਇੱਕ ਪ੍ਰਮਾਣ ਦਿੱਤਾ ਕਿ ਮਹਾਰਾਜ ਜੀ ਦਾ ਜਿਵੇਂ ਚੰਦਰਮਾ ਇੱਕ ਪ੍ਰਕਾਸ਼ ਕਰਦਾ, ਉਜਲ ਹੈ ਨਾ, ਚਿੱਟਾ ਪ੍ਰਕਾਸ਼ ਦਿੰਦਾ, ਇਸ ਤਰ੍ਹਾਂ ਸਤਿਗੁਰਾਂ ਦਾ ਮੁਖੜਾ ਜਿਹੜਾ ਹੈ ਪ੍ਰਕਾਸ਼ ਦੇਣ ਵਾਲਾ ਹੈ ਤੇ ਸੁਖ ਦਾ ਸਦਨ, ਸੁਖ ਦਾ ਘਰ ਹੈ। ਜਾਂ ਮੈਂ ਉਜਲ ਰਦਨ ਓਠ ਸੁੰਦਰ ਸੁਰੰਗਤੀ। ਤੇ ਉਹਦੇ ਮੁਖੜੇ ਦੇ ਵਿੱਚ ਸਤਿਗੁਰਾਂ ਦੇ ਜਿਹੜੇ ਦੰਦ ਨੇ ਬੜੇ ਹੀ ਸੁੰਦਰ ਨੇ ਸਤਿਗੁਰਾਂ ਦੇ, ਤੇ ਜਿਹੜੇ ਦੰਦ ਸੁੰਦਰ ਨੇ ਸਤਿਗੁਰਾਂ ਦੇ, ਤੇ ਉਹ ਸੁੰਦਰ ਦੰਦ ਜਿਹੜੇ ਹਨ ਸਤਿਗੁਰਾਂ ਦੇ ਹੀਰਿਆਂ ਦੀ ਤਰ੍ਹਾਂ ਜਿਹੜੇ ਚਮਕਦੇ ਹਨ। ਓਠ ਸੁੰਦਰ ਸੁਰੰਗਤੀ। ਤੇ ਮਹਾਰਾਜ ਜੀ ਦੇ ਜਿਹੜੇ ਓਠ ਬੁੱਲ ਨੇ ਉਹ ਵੀ ਬਹੁਤ ਹੀ ਲਾਲ ਸੁਰਖ ਹਨ ਤੇ ਬੜੇ ਸੁੰਦਰ ਹਨ। ਪੰਕਜ ਕੀ ਪਾਖੁਰੀ ਸਰੀਖੀ ਆਂਖ ਤੀਖੀ ਤੀਖੀ। ਤੇ ਮਹਾਰਾਜ ਜੀ ਦੀਆਂ ਜਿਹੜੇ ਨੇਤਰ ਨੇ, ਸਤਿਗੁਰਾਂ ਦੇ ਨੇਤਰ ਜਿਹੜੇ ਨੇ ਕਮਲ ਦੀਆਂ ਪੰਖੜੀਆਂ ਵਰਗੇ ਹਨ, ਤੇ ਤੀਖੇ ਭਾਵ ਸਤਿਗੁਰਾਂ ਦੇ ਜਿਹੜੇ ਨੇਤਰ ਨੇ ਬੜੇ ਹੀ ਤਿਰਛੇ ਹਨ। ਸਤਿਗੁਰੂ ਜੀ ਜਿਹਦੇ ਵੱਲ ਵੀ ਆਪਣੀ ਨਿਗਾਹ ਕਰਦੇ ਨੇ ਨਾ, ਜਿਵੇਂ ਪੰਖੜੀਆਂ ਬੜੀਆਂ ਸੁੰਦਰ ਹੁੰਦੀਆਂ ਕਮਲ ਦੀਆਂ, ਇਸ ਤਰ੍ਹਾਂ ਸਤਿਗੁਰਾਂ ਦੇ ਨੇਤਰ ਜਿਹੜੇ ਨੇ ਬੜੇ ਸੁੰਦਰ ਹਨ। ਪਿਖਨ ਤਿਰਿਛੇ ਤੇ ਨਿਹਾਲ ਕਰੈ ਸੰਗਤੀ। ਤੇ ਮਹਾਰਾਜ ਜੀ ਜਿਹਦੇ ਵੱਲ ਵੀ ਆਪਣੀ ਤਿਰਛੀ ਨਿਗਾਹ ਦੇ ਨਾਲ ਦੇਖਦੇ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਵਿਦਾਰਿਓ। ਮਹਾਰਾਜ ਜੀ ਥੋੜੀ ਜੀ ਵੀ ਨਿਗਾਹ, ਤਿਰਛੀ ਜੀ ਨਿਗਾਹ ਕਰਕੇ ਜਿਹਦੇ ਉੱਤੇ ਪਾ ਦਿੰਦੇ ਨੇ, ਉਹਨੂੰ ਨਾਨਕ ਨਦਰੀ ਨਦਰ ਨਿਹਾਲ, ਉਹਨੂੰ ਮਹਾਰਾਜ ਜੀ ਨਿਹਾਲ ਕਰ ਦਿੰਦੇ ਹਨ। ਚਿਬਕ ਅਮੋਲ ਗੋਲ ਮ੍ਰਿਦੁਲ ਕਪੋਲ ਜੁਗ। ਤੇ ਮਹਾਰਾਜ ਜੀ ਦੀ ਜਿਹੜੀ ਠੋਡੀ ਆ ਉਹ ਵੀ ਬੜੀ ਅਮੋਲ ਸੁੰਦਰ ਹੈ, ਬੜੀ ਕੀਮਤੀ ਹੈ ਕਹਿ ਲਈਏ, ਤੇ ਗੋਲ ਮ੍ਰਿਦ ਕਪੋਲ ਜੁਗ। ਤੇ ਮਹਾਰਾਜ ਜੀ ਦੀਆਂ ਜਿਹੜੀਆਂ ਗੱਲਾਂ ਨੇ ਸਾਧ ਸੰਗਤ ਜੀ ਬੜੀਆਂ ਹੀ ਮ੍ਰਿਦ ਕੋਮਲ ਹਨ। ਕੁੰਡਲ ਕੀ ਡੋਲ ਪੈ ਅਤੋਲ ਸ਼੍ਰੀ ਉਮੰਗਤੀ। ਤੇ ਉਹਨਾਂ ਦੇ ਉੱਤੇ ਜਿਹੜੇ ਕੁੰਡਲ ਨੇ ਲਟਕ ਰਹੇ ਨੇ ਤੇ ਬੇਅੰਤ ਹੀ ਸ਼ੋਭਾ ਹੈ ਮਹਾਰਾਜ ਜੀ ਦੀ। ਕਬਿਤ ਮੰਡਿਤ ਵਿਭੂਖਨ ਅਦੂਖਨ ਹੈ ਅੰਗ ਸਾਰੇ। ਤੇ ਮਹਾਰਾਜ ਜੀ ਦਾ ਜਿਹੜਾ ਸਰੀਰ ਹੈ ਉਹਦੇ ਉੱਤੇ, ਮਹਾਰਾਜ ਜੀ ਦੇ ਸਰੀਰ ਦੇ ਉੱਤੇ ਜਿਹੜੇ ਗਹਿਣੇ ਨੇ ਉਹ ਸ਼ੋਭਾ ਪਾ ਰਹੇ ਨੇ, ਤੇ ਅਦੂਖਨ ਹੈ ਅੰਗ ਸਾਰੇ। ਤੇ ਮਹਾਰਾਜ ਜੀ ਦੇ ਜਿੰਨੇ ਵੀ ਅੰਗ ਨੇ ਉਹ ਦੋਸ਼ਾਂ ਤੋਂ ਰਹਿਤ ਹਨ। ਦੀਰਘ ਸੁਡੀਲ ਸ਼ੁਭਸ਼ੀਲ ਮੈਂ ਪ੍ਰਕਾਸ਼ ਤੇ। ਮਹਾਰਾਜ ਜੀ ਦਾ ਜਿਹੜਾ ਡੀਲ ਡੌਲ ਹੈ ਉਹ ਵੀ ਬੜਾ ਉੱਚਾ ਲੰਮਾ ਹੈ। ਸਤਿਗੁਰਾਂ ਦਾ ਸੁਭਾਅ ਜਿਹੜਾ ਸਤਿਗੁਰਾਂ ਦਾ ਉਹ ਵੀ ਸ਼ੀਲ ਹੈ, ਤੇ ਇਸ ਤਰ੍ਹਾਂ ਸਤਿਗੁਰੂ ਜੀ ਦੇ ਤਨ ਦੇ ਅੰਦਰੋਂ ਜਿਹੜਾ ਹੈ ਪ੍ਰਕਾਸ਼ ਆ ਰਿਹਾ ਹੈ। ਨੀਕੀ ਉਸ਼ ਨੀਕ ਸੋ ਹੈ ਜਿਗਾ ਕੀ ਜਲੂਸ ਜੋ ਹੈ। ਤੇ ਮਹਾਰਾਜ ਜੀ ਦੀ ਜਿਹੜੀ ਦਸਤਾਰ ਹੈ ਬੜੀ ਸੁੰਦਰ ਹੈ, ਤੇ ਦਸਤਾਰ ਦੇ ਉੱਤੇ ਜਿਹੜੀ ਕਲਗੀ ਸਜਾਈ ਹੋਈ ਹੈ ਉਹ ਵੀ ਬੜੀ ਸ਼ੋਭਾ ਪਾ ਰਹੀ ਹੈ। ਹੇਰਤ ਹੀ ਮਨ ਮੋਹ ਹੈ ਸਿੱਖ ਆਸ ਪਾਸ ਤੇ। ਜਿਹੜਾ ਵੀ ਸਿੱਖ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦਾ, ਸਤਿਗੁਰਾਂ ਦੀ ਦਸਤਾਰ ਨੂੰ ਦੇਖਦਾ, ਸਤਿਗੁਰਾਂ ਦੀ ਕਲਗੀ ਨੂੰ ਦੇਖਦਾ, ਉਸ ਸਿੱਖ ਦਾ ਜਿਹੜਾ ਮਨ ਹੈ ਮੋਹਿਆ ਜਾਂਦਾ ਹੈ। ਮੋਤਿਨ ਕੀ ਮਾਲ ਹੀਰੇ ਖਚਤ ਵਿਸਾਲ ਚੀਰੇ। ਮਹਾਰਾਜ ਜੀ ਦੇ ਗਲ ਦੇ ਅੰਦਰ ਮੋਤੀਆਂ ਦੀ ਮਾਲਾ ਪਾਈ ਹੋਈ ਹੈ, ਤੇ ਉਹ ਜਿਹੜੀ ਮਾਲਾ ਪਾਈ ਹੋਈ ਹੈ ਮੋਤੀਆਂ ਨੂੰ ਕੱਟ ਕੱਟ ਕੇ, ਜਿਹੜਾ ਟੇਢਾ ਤਿਰਛਾ ਕੱਟ ਕਰਕੇ ਬਣਾਇਆ ਹੈ। ਕੋਰਦਾਰ ਰੂਰ ਚਾਹੂੰ ਔਰ ਵੇਖੇ ਭਾਸ ਤੇ। ਹਾਂ, ਚਾਰੇ ਪਾਸਿਆਂ ਤੋਂ ਕਹਿੰਦੇ ਉਹ ਜਿਹੜੇ ਮੋਤੀ ਨੇ ਨਾ ਕੱਟ ਕਰਕੇ ਕੰਨੀਦਾਰ ਬਣਾਏ ਹੋਏ ਨੇ, ਚਾਰੇ ਪਾਸਿਆਂ ਤੋਂ ਹੀ ਉਹਨਾਂ ਦਾ ਪ੍ਰਕਾਸ਼ ਆ ਰਿਹਾ। ਜਿਹੜੇ ਪਾਸੇ ਤੋਂ ਵੀ ਦੇਖੀਏ ਉਹ ਮੋਤੀ ਜਿਹੜੇ ਮਾਲਾ ਦੇ ਵਿੱਚ ਹਨ ਉਹ ਚਮਕਦੇ ਹਨ। ਤਮ ਕੋ ਵਿਨਾਸ਼ ਤੇ ਆਨੰਦ ਕੋ ਉਜਾਸ ਤੇ। ਮਹਾਰਾਜ ਜੀ ਜਿਹੜੇ ਨੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਨ ਦੇ ਨਾਲ
ਜਿਹੜਾ ਮਨੁੱਖ ਦੇ ਅੰਦਰ ਹਨੇਰਾ ਹੁੰਦਾ ਅਗਿਆਨਤਾ ਦਾ, ਉਹਨੂੰ ਸਤਿਗੁਰੂ ਜੀ ਦੂਰ ਕਰਦੇ ਨੇ ਤੇ ਅੰਦਰ ਆਨੰਦ ਨੂੰ ਪ੍ਰਗਟ ਕਰਨ ਵਾਲੇ ਹਨ। ਸੋ ਗਿਆਨ ਮੈਂ ਬਿਲਾਸ ਤੇ ਉਧਾਰ ਦਾਸ ਵਾਸਤੇ। ਤੇ ਮਹਾਰਾਜ ਜੀ ਹਮੇਸ਼ਾ ਹੀ ਗਿਆਨ ਸਰੂਪ ਦੇ ਵਿੱਚ ਵਿਚਰਦੇ ਨੇ, ਕਰੀੜਾ ਕਰਦੇ, ਕੌਤਕ ਕਰਦੇ ਨੇ ਤੇ ਆਪਣੇ ਸਿੱਖਾਂ ਸੇਵਕਾਂ ਦੇ ਉਧਾਰ ਵਾਸਤੇ ਸਤਿਗੁਰੂ ਜੀ ਇਹ ਸਾਰੇ ਕੌਤਕ ਕਰਦੇ ਹਨ। ਕਬਿਤ ਸ਼੍ਰੀ ਹਰਿ ਗੋਬਿੰਦ ਅੰਗ ਸੁੰਦਰ ਬਿਲੰਦ ਸਭ। ਇਸ ਤਰ੍ਹਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਜੋ ਹਨ ਬੜੇ ਹੀ ਸੁੰਦਰ ਅੰਗਾਂ ਵਾਲੇ ਹਨ। ਉਹਨਾਂ ਦੇ ਅੰਗਾਂ ਦੀ ਸਰੀਰ ਦੀ ਬੜੀ ਸੁੰਦਰ ਸ਼ੋਭਾ ਹੈ। ਦੇਖ ਕੇ ਸੁਦਿਜਨ ਆਨੰਦ ਉਰ ਧਾਰਿਓ। ਤੇ ਜਦੋਂ ਇਸ ਬ੍ਰਾਹਮਣ ਨੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਬਾਲਾ ਪ੍ਰੀਤਮ ਜੀ ਦੇ ਦਰਸ਼ਨ ਕੀਤੇ ਆ, ਦਰਸ਼ਨ ਕਰਕੇ ਆਪਣੇ ਮਨ ਦੇ ਅੰਦਰ ਬਹੁਤ ਹੀ ਇਹਨੇ ਆਨੰਦ ਖੁਸ਼ੀ ਨੂੰ ਧਾਰਨ ਕੀਤਾ ਹੈ। ਭਾਗ ਬਲੀ ਚੰਦੂ ਹੈ ਜਮਾਤਾ ਅਸ ਪਾਇਓ ਜਿਨ। ਤੇ ਆਪਣੇ ਮਨ ਦੇ ਵਿੱਚ ਇਹ ਵਿਚਾਰ ਕਰਦਾ ਕਿ ਜਿਹੜਾ ਚੰਦੂ ਦੀਵਾਨ ਹੈ ਨਾ, ਬੜੇ ਹੀ ਵੱਡੇ ਭਾਗਾਂ ਵਾਲਾ, ਜਿਹਨੂੰ ਇਹੋ ਜਿਹਾ ਜਵਾਈ ਜਿਹੜਾ ਹੈ ਜਿਹਦੇ ਘਰ ਦੇ ਨਾਲ ਸੰਬੰਧ ਬਣਿਆ, ਇਹਨੂੰ ਜਵਾਈ ਜੋ ਗੁਰੂ ਮਹਾਰਾਜ ਜੀ ਦੇ ਰੂਪ ਵਿੱਚ ਪ੍ਰਾਪਤ ਹੋਇਆ ਹੈ। ਉਜਲ ਸੋ ਬੰਸ ਅਵ ਤੰਸ ਕੋ ਨਿਹਾਰਿਓ। ਹਾਂ, ਇਹਨਾਂ ਦੀ ਜਿਹੜੀ ਬੰਸ ਹੈ, ਸੋਢੀ ਕੁੱਲ ਹੈ, ਇਹ ਵੀ ਉੱਚੀ ਹੈ, ਉਜਲ ਹੈ, ਸਾਫ਼ ਹੈ ਤੇ ਉਹਦੇ ਵਿੱਚ ਇਹਨਾਂ ਦਾ ਅਵਤਾਰ ਹੋਇਆ, ਇਹ ਦੇਖਿਆ ਹੈ ਇਸਨੇ। ਧਨ ਕੀ ਨ ਗੇਨਤੀ ਕਰਤ ਬਹੁ ਬੇਨਤੀ। ਹਾਂ, ਕਹਿੰਦੇ ਇਹਨਾਂ ਦੇ ਘਰ ਦੇ ਵਿੱਚ ਧਨ ਦੀ ਵੀ ਕਮੀ ਨਹੀਂ ਹੈਗੀ ਤੇ ਬਹੁਤ ਸਾਰੀਆਂ ਸਿੱਖ ਸੇਵਕ ਸੰਗਤਾਂ ਜਿਹੜੀਆਂ ਆਉਂਦੀਆਂ ਨੇ ਉਹ ਆ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦੀਆਂ ਹਨ। ਚੜਾਵੇਂ ਚੀਰ ਪੂਖਨ ਗੁਰੂ ਸੋ ਜਗ ਸਾਰਿਓ। ਤੇ ਸਾਰੇ ਹੀ ਆ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਵਸਤਰ, ਗਹਿਣੇ, ਮਾਇਆ ਆਦਿਕ ਚੜਾਉਂਦੇ ਨੇ। ਗੁਰੂ ਮਹਾਰਾਜ ਜੀ ਸਾਰਿਆਂ ਨੂੰ ਹੀ ਆਪਣੇ ਦਰ ਘਰ ਤੋਂ ਸ੍ਰੇਸ਼ਟ ਫਲਾਂ ਦੀ ਜਿਹੜੀ ਹੈ ਪ੍ਰਾਪਤੀ ਕਰਾਉਂਦੇ ਹਨ। ਹਾਥ ਬੰਦ ਬੰਦ ਨਾ ਪਦਾਰ ਬਿੰਦ ਕਰੈ ਬ੍ਰਿੰਦ। ਆ ਕਹਿੰਦੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਆ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਅੰਦਰ ਪਦਾਰਥ ਭੇਟਾ ਕਰਦੀਆਂ ਨੇ ਤੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਸਤਿਗੁਰਾਂ ਨੂੰ ਭੇਟਾਵਾਂ ਰੱਖ ਕਰਕੇ ਨਮਸਕਾਰਾਂ ਕਰਦੀਆਂ ਹਨ। ਸਭ ਵਿਧ ਅਧਿਕ ਸਮਾਜ ਬਿਸਤਾਰਿਓ। ਤੇ ਸਾਰੇ ਹੀ ਤਰੀਕਿਆਂ ਦੇ ਨਾਲ ਇਹਨਾਂ ਦਾ ਜਿਹੜਾ ਇਹ ਸਮਾਜ ਹੈ ਬਹੁਤ ਵਧਿਆ ਹੋਇਆ। ਇਹ ਜਿਹੜਾ ਬ੍ਰਾਹਮਣ ਹੈ ਮਨ ਵਿੱਚ ਇਹ ਵਿਚਾਰ ਕਰ ਰਿਹਾ ਕਿ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਜਿਹੜੀ ਸਿੱਖੀ ਹੈ ਇਹ ਬਹੁਤ ਦੂਰ ਤੱਕ ਫੈਲੀ ਹੋਈ। ਇਹਨਾਂ ਦਾ ਸਿੱਖ ਸਮਾਜ ਕਹਿ ਲਈਏ, ਕਹਿੰਦਾ ਮਨ ਵਿੱਚ ਸੋਚਦਾ ਕਿ ਬਹੁਤ ਵਧਿਆ ਹੋਇਆ। ਬੜੀਆਂ ਇਹਨਾਂ ਦੀਆਂ ਸੰਗਤਾਂ ਨੇ ਜਿਹੜੀਆਂ ਆ ਕਰਕੇ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਦੀਆਂ ਹਨ। ਸਵਈਆ ਸ਼੍ਰੀ ਹਰਿ ਗੋਬਿੰਦ ਪਾਸ ਪੀਤਾ ਥਿਤ ਸੋਹਤ ਹੈ ਸਿੱਖ ਸੇਵਕ ਮਾਹੂ। ਤੇ ਇਸ ਤਰ੍ਹਾਂ ਕਹਿੰਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੋ ਨੇ ਆਪਣੇ ਪਿਤਾ ਜੀ ਦੇ ਪਾਸ ਬੈਠੇ ਹਨ, ਭਾਵ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਕੋਲ ਬੈਠੇ ਆ ਤੇ ਹੋਰ ਵੀ ਸੇਵਕ ਸਿੱਖ ਜਿਹੜੇ ਹਨ ਉੱਥੇ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰ ਰਹੇ ਹਨ। ਜਿਉ ਕਮਲਾਸਨ ਸੋ ਪਦਮਾਪਤ। ਆ ਕਹਿੰਦੇ ਜਿਵੇਂ ਬ੍ਰਹਮਾ ਹੁੰਦਾ ਨਾ ਤੇ ਦੇਵਤਿਆਂ ਦੀ ਸਭਾ ਦੇ ਵਿੱਚ ਬੈਠਾ ਹੋਇਆ ਬ੍ਰਹਮਾ ਜਿਹੜਾ ਹੈ। ਦੇਵਨ ਬ੍ਰਿੰਦ ਮੈਂ ਸ਼ੋਭ ਉਮਾਹੂ। ਆ ਕਹਿੰਦੇ ਜਿਵੇਂ ਬਹੁਤ ਹੀ ਉਤਸ਼ਾਹ ਦੇ ਸਹਿਤ ਹੋ ਕਰਕੇ ਦੇਵਤਿਆਂ ਦੀ ਸਭਾ ਦੇ ਵਿੱਚ ਬ੍ਰਹਮਾ ਬੈਠਦਾ ਤੇ ਬ੍ਰਹਮੇ ਦੀ ਬਹੁਤ ਜ਼ਿਆਦਾ ਸ਼ੋਭਾ ਹੁੰਦੀ ਹੈ। ਇਸ ਤਰ੍ਹਾਂ ਹੀ ਸਿੱਖ ਬੈਠੇ ਨੇ, ਸੰਗਤਾਂ ਬੈਠੀਆਂ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰ ਰਹੀਆਂ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੈਠੇ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਬੈਠੇ ਹਨ ਤੇ ਬ੍ਰਹਮੇ ਦੀ ਤਰ੍ਹਾਂ ਮਾਨੋ ਕਿ ਇਸ ਤਰ੍ਹਾਂ ਉਹਨਾਂ ਦੀ ਸ਼ੋਭਾ ਹੈ। ਸੰਗਤ ਸੋ ਦਿਜ ਬੂਝਨ ਕੀਨ ਬਤਾਵੋ ਜਾਤ ਸੁਗੋਤ ਜੇਤਾਹੂ। ਤੇ ਇਸ ਤਰ੍ਹਾਂ ਕਹਿੰਦੇ ਕਿ ਜਿਹੜਾ ਬ੍ਰਾਹਮਣ ਸੀ ਨਾ, ਇਹਨੇ ਸਭ ਕੁਝ ਦੇਖ ਕੇ ਮਹਾਰਾਜ ਜੀ ਦੀ ਸ਼ੋਭਾ ਵੇਖੀ, ਸੰਗਤਾਂ ਨੂੰ ਦੇਖਿਆ, ਸਿੱਖਾਂ ਨੂੰ ਦੇਖਿਆ ਕਿ ਕਿਵੇਂ ਆ ਕਰਕੇ ਨਮਸਕਾਰਾਂ ਕਰਦੇ, ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਆ, ਉਹਨਾਂ ਦਾ ਸਰੀਰ ਦੇਖਿਆ ਤੇ ਇਹਨੇ ਫਿਰ ਸੰਗਤਾਂ ਨੂੰ ਪੁੱਛਣਾ ਕੀਤਾ। ਇਸ ਬ੍ਰਾਹਮਣ ਨੇ ਇਹ ਪੁੱਛਦਾ ਕਿ ਭਾਈ ਸਤਿਗੁਰਾਂ ਦੀ ਜਾਤ ਕੀ ਹੈ, ਸਤਿਗੁਰਾਂ ਦੀ ਵੰਸ਼ ਕਿਹੜੀ ਹੈ, ਉਹ ਸਾਨੂੰ ਦੱਸਣਾ ਕਰੋ। ਚਾਹਤ ਹੈ ਸੰਬੰਧ ਕਰਿਓ ਹਮ ਸ਼ਾਹੂ ਦੀਵਾਨ ਸੁਤਾ ਹਿਤ ਯਾਹੂ। ਉਹ ਕਹਿੰਦਾ ਕਿ ਮੈਂ ਚਾਹੁੰਦਾ ਹਾਂ ਕਿ ਇਹਨਾਂ ਦੇ ਨਾਲ ਨਾਤਾ ਜੋੜਿਆ ਜਾਵੇ। ਜੋ ਦੀਵਾਨ ਚੰਦੂ ਹੈ ਉਹਦੀ ਲੜਕੀ ਹੈ ਤੇ ਉਹਨੇ ਸਾਨੂੰ ਭੇਜਿਆ ਆਪਣੀ ਲੜਕੀ ਦੇ ਵਾਸਤੇ
ਜੋਗ ਵਰ ਲੱਭਣ ਵਾਸਤੇ, ਤੇ ਮੈਂ ਇਹ ਚਾਹੁੰਦਾ ਹਾਂ ਕਿ ਇਹ ਜਿਹੜੀ ਦੀਵਾਨ ਚੰਦੂ ਦੀ ਲੜਕੀ ਹੈ ਉਹਦਾ ਸੰਬੰਧ ਗੁਰੂ ਘਰ ਨਾਲ ਜੁੜ ਜਾਵੇ। ਦੋਹਰਾ ਸੰਗਤ ਸਿੱਖਨ ਤਬ ਕਹਿਓ ਸੋਢ ਬੰਸ ਸਿਰ ਮੋਰ। ਤੇ ਇਸ ਤਰ੍ਹਾਂ ਕਹਿੰਦੇ ਫਿਰ ਜਿਹੜੀ ਸੰਗਤ ਨੂੰ ਇਸ ਬ੍ਰਾਹਮਣ ਨੇ ਪੁੱਛਿਆ ਨਾ, ਫਿਰ ਉਹ ਸੰਗਤ ਕਹਿਣ ਲੱਗੀ ਹੈ ਕਿ ਇਹ ਗੁਰੂ ਮਹਾਰਾਜ ਜੀ ਦੀ ਜਿਹੜੀ ਕੁੱਲ ਹੈ, ਬੰਸ ਹੈ, ਉਹ ਸੋਢੀ ਹੈ ਜੋ ਸਾਰਿਆਂ ਤੋਂ ਸ਼੍ਰੋਮਣੀ ਹੈ। ਵੱਡੇ ਭਾਗ ਜਾਗੇ ਜਿਸੇ ਤਿਸ ਪ੍ਰਾਪਤ ਅਸਠੌਰ। ਹਾਂ, ਕਹਿੰਦੇ ਜਿਹਦੇ ਵੱਡੇ ਭਾਗ ਕੋਈ ਜਾਗ ਪੈਂਦੇ ਆ ਨਾ, ਪਿਛਲਾ ਕੋਈ ਚੰਗਾ ਕਰਮ ਕੀਤਾ ਹੋਵੇ ਉਹ ਅੱਗੇ ਆ ਜਾਂਦਾ ਹੈ, ਤੇ ਜਦੋਂ ਉਹ ਕਰਮ ਕੀਤਾ ਹੋਇਆ ਪ੍ਰਗਟ ਹੁੰਦਾ ਤੇ ਫਿਰ ਉਹਨੂੰ ਚੰਗੀ ਕੁੱਲ ਦੇ ਵਿੱਚ ਜਿਹੜਾ ਹੈ ਜਨਮ ਪ੍ਰਾਪਤ ਹੁੰਦਾ ਹੈ। ਇਸ ਕਰਕੇ ਜਿਹਦੇ ਚੰਗੇ ਕਰਮ ਹੋਣ ਉਹਨਾਂ ਨੂੰ ਇਹੋ ਜਿਹੀ ਕੁੱਲ ਪ੍ਰਾਪਤ ਹੁੰਦੀ ਹੈ। ਜਗਤ ਗੁਰੂ ਘਰ ਆਏ ਜੋ ਜਗ ਮਾਤਾ ਬਨ ਜਾਏ। ਤੇ ਇਹ ਜਿਹੜੇ ਸਿੱਖ ਨੇ ਕਹਿ ਰਹੇ ਨੇ ਬ੍ਰਾਹਮਣ ਨੂੰ ਕਿ ਬ੍ਰਾਹਮਣ ਸੁਣ, ਇਸ ਘਰ ਦੇ ਨਾਲ ਜਿਹਦਾ ਵੀ ਸੰਬੰਧ ਜੁੜ ਜਾਂਦਾ ਨਾ, ਜਿਵੇਂ ਤੂੰ ਚਾਹੁੰਦਾ ਕਿ ਦੀਵਾਨ ਚੰਦੂ ਹੈ, ਉਹਦੀ ਲੜਕੀ ਹੈ, ਉਹਦੀ ਲੜਕੀ ਦਾ ਤੂੰ ਰਿਸ਼ਤਾ ਕਰਨਾ ਚਾਹੁੰਦਾ ਗੁਰੂ ਘਰ ਦੇ ਅੰਦਰ, ਤੇ ਇਸ ਘਰ ਦੀ ਵਡਿਆਈ ਹੈ ਜਗਤ ਗੁਰੂ ਮਹਾਰਾਜ ਜੀ ਨੂੰ ਸਾਰਾ ਜਗਤ ਹੀ ਗੁਰੂ ਕਰਕੇ ਪੂਜਦਾ, ਜਗਤ ਗੁਰੂ ਨੇ। ਤੇ ਜਿਹੜਾ ਵੀ ਗੁਰੂ ਮਹਾਰਾਜ ਜੀ ਦੇ ਨਾਲ ਜਿਹਦਾ ਸੰਬੰਧ ਜੁੜ ਜਾਂਦਾ ਹੈ ਉਹ ਜਗਤ ਦੀ ਮਾਤਾ ਬਣ ਜਾਂਦੀ ਹੈ। ਪੂਜਨੀय ਸਰਬ ਕੇ ਅਨਗਨ ਭੇਟ ਚੜਾਈ। ਤੇ ਕਹਿੰਦੇ ਸਾਰਿਆਂ ਦੇ ਹੀ ਫਿਰ ਉਹ ਪੂਜਨੀय ਹੋ ਜਾਂਦੇ, ਪੂਜਨ ਯੋਗ ਹੋ ਜਾਂਦੇ, ਸਾਰੀ ਦੁਨੀਆ ਹੀ ਉਹਨਾਂ ਨੂੰ ਪੂਜਦੀ ਹੈ ਜਿਹਦੇ ਨਾਲ ਵੀ ਗੁਰੂ ਮਹਾਰਾਜ ਜੀ ਦਾ ਸੰਬੰਧ ਜੁੜ ਜਾਂਦਾ। ਜਿਵੇਂ ਆਪਾਂ ਦੇਖਦੇ ਹਾਂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਲ ਮਾਤਾ ਸਾਹਿਬ ਦੇਵਾਂ ਜੀ ਦਾ ਸੰਬੰਧ ਜੁੜਿਆ ਤੇ ਉਹ ਪੂਜਨੀਕ ਹੋ ਗਏ, ਜਗਤ ਦੇ ਮਾਤਾ, ਖਾਲਸਾ ਪੰਥ ਦੇ ਮਾਤਾ ਬਣ ਗਏ। ਇਸ ਤਰ੍ਹਾਂ ਹੀ ਇਹ ਕਹਿ ਰਹੇ ਕਿ ਜਿਨ੍ਹਾਂ ਦਾ ਵੀ ਸੰਬੰਧ ਜਿਹੜਾ ਗੁਰੂ ਘਰ ਦੇ ਨਾਲ ਜੁੜ ਜਾਂਦਾ ਹੈ ਉਹ ਪੂਜਨੀय ਹੋ ਜਾਂਦੇ, ਤੇ ਸਾਰੇ ਲੋਕ ਜਿਹੜੇ ਆ ਕਰਕੇ ਉਹਨਾਂ ਦੇ ਚਰਨਾਂ ਦੇ ਉੱਤੇ ਜਿਹੜੀਆਂ ਭੇਟਾਵਾਂ ਚੜਾਉਂਦੇ ਹਨ। ਚੌਪਈ ਦਿਜਨਾਈ ਦੋਨੋਂ ਸੁਨ ਕਰਕੇ। ਤੇ ਇਸ ਤਰ੍ਹਾਂ ਕਹਿੰਦੇ ਕਿ ਇਹ ਬ੍ਰਾਹਮਣ ਤੇ ਜਿਹੜਾ ਨਾਈ ਸੀ ਨਾ, ਦੋਵਾਂ ਨੇ ਜਦੋਂ ਇਹ ਸੁਣਿਆ ਹੈ, ਮਹਾਰਾਜ ਜੀ ਦੀ ਸਿਫਤ ਸੁਣੀ ਹੈ ਕਿ ਸਤਿਗੁਰੂ ਜੀ ਸੋਢ ਬੰਸ ਦੇ ਵਿੱਚੋਂ ਆ, ਉੱਚੀ ਕੁੱਲ ਹੈ, ਤੇ ਜੇ ਇਸ ਘਰ ਦੇ ਨਾਲ ਚੰਦੂ ਦੀ ਲੜਕੀ ਦਾ ਨਾਤਾ ਜੁੜ ਜਾਵੇਗਾ ਤਾਂ ਉਹ ਜਗਤ ਮਾਤਾ ਬਣ ਜਾਵੇਗੀ, ਇਹ ਜਦੋਂ ਸੁਣਿਆ ਹੈ। ਮਹਾ ਪ੍ਰਤਾਪ ਸੋ ਨੈਣ ਨਿਹਰ ਕੈ। ਤੇ ਇਸ ਤਰ੍ਹਾਂ ਮਹਾਰਾਜ ਜੀ ਦਾ ਪ੍ਰਤਾਪ ਜਿਹੜਾ ਸੀ ਆਪਣੀਆਂ ਅੱਖਾਂ ਦੇ ਨਾਲ ਦੇਖਿਆ, ਕੱਲਾ ਸੁਣਿਆ ਨਹੀਂ, ਮਹਾਰਾਜ ਜੀ ਦਾ ਪ੍ਰਤਾਪ ਹੈ ਜਿਹੜਾ ਸਤਿਗੁਰਾਂ ਦਾ, ਉਹ ਆਪਣੀਆਂ ਨੇਤਰਾਂ ਦੇ ਨਾਲ ਇਹਨਾਂ ਨੇ ਦੇਖਣਾ ਕੀਤਾ ਹੈ। ਕਹਿਤ ਪਰਸਪਰ ਐਸੋ ਥਾਨ। ਤੇ ਆਪਸ ਦੇ ਵਿੱਚ ਬ੍ਰਾਹਮਣ ਤੇ ਨਾਈ ਜਿਹੜੇ ਆਪਸ ਦੇ ਵਿੱਚ ਵਿਚਾਰ ਕਰਦੇ ਹਨ। ਪ੍ਰਾਪਤ ਹੋਏ ਨਾ ਫਿਰੇ ਜਹਾਨ। ਹਾਂ, ਇਹੋ ਜਿਹਾ ਕਹਿੰਦੇ ਥਾਂ ਸਾਨੂੰ ਹੋਰ ਕਿਸੇ ਜਹਾਨ ਦੇ ਵਿੱਚ, ਭਾਵ ਸੰਸਾਰ ਦੇ ਵਿੱਚ ਨਹੀਂ ਮਿਲੇਗਾ। ਅਸੀਂ ਸਾਰੇ ਕਿਤੇ ਹੀ ਫਿਰ ਆਏ ਆ, ਲੱਭਦੇ ਆਏ ਆ, ਢੂੰਡਿਆ ਬਹੁਤ, ਪਰ ਸਾਨੂੰ ਇਹੋ ਜਿਹਾ ਥਾਂ ਨਹੀਂ ਮਿਲਿਆ ਹੈ। ਜਿਮ ਚੰਦੂ ਨੇ ਹਮ ਹੋ ਜਨਾਇਓ। ਆ ਕਹਿੰਦੇ ਜਿਵੇਂ ਦੀਵਾਨ ਚੰਦੂ ਨੇ ਸਾਨੂੰ ਸਾਰਾ ਕੁਝ ਜਨਾ ਕਰਕੇ ਦੱਸ ਕੇ ਭੇਜਿਆ ਸੀ, ਉਹਨੇ ਦੱਸਿਆ, ਕਿਹਾ ਸੀ ਕਿ ਮੇਰਾ ਘਰ ਦੇ ਨਾਲ ਉਸ ਮਨੁੱਖ ਦਾ ਸੰਬੰਧ ਬਣਨਾ ਚਾਹੀਦਾ ਜਿਹੜਾ ਧਨ ਦੇ ਵਿੱਚ ਅਮੀਰ ਹੋਵੇ, ਵੀ ਮੇਰੇ ਵਾਂਗੂ ਹੀ ਹੋਵੇ, ਜਿਹਦੇ ਘਰ ਦੇ ਵਿੱਚ ਬਹੁਤ ਧਨ ਪਦਾਰਥ ਹੋਣ, ਕਿਸੇ ਵੀ ਪਦਾਰਥ ਦੀ ਕਮੀ ਨਾ ਹੋਵੇ, ਫਿਰ ਉੱਚੀ ਕੁੱਲ ਵਾਲਾ ਹੋਵੇ। ਤੇ ਫਿਰ ਤੀਸਰੀ ਗੱਲ ਉਹਨੇ ਕਹੀ ਸੀ ਕਿ ਜਿਹੜਾ ਲੜਕਾ ਹੋਣਾ ਚਾਹੀਦਾ, ਵਰ ਹੋਣਾ ਚਾਹੀਦਾ ਹੈ, ਉਹ ਸੁੰਦਰ ਸਰੂਪ ਵਾਲਾ ਹੋਣਾ ਚਾਹੀਦਾ। ਤੇ ਇਹ ਗੱਲਾਂ ਉਹਨਾਂ ਨੇ ਕਹੀਆਂ ਸੀ। ਤੇ ਇਹ ਜਿਹੜਾ ਬ੍ਰਾਹਮਣ ਹੈ ਤੇ ਨਾਈ ਆਪਸ ਵਿੱਚ ਵਿਚਾਰ ਕਰਦੇ ਆ ਕਿ ਜਿਵੇਂ ਸਾਨੂੰ ਚੰਦੂ ਨੇ ਸਮਝਾਇਆ ਸੀ ਉਸ ਤਰ੍ਹਾਂ ਦਾ ਇਹ ਪਰਿਵਾਰ ਹੈ। ਸੋ ਤੀਨੋਂ ਸ਼ੁਭ ਇਤ ਦ੍ਰਿਸ਼ਟਾਇਓ। ਹਾਂ ਵੀ ਉਹ ਤਿੰਨੇ ਹੀ ਸ਼ੁਭ ਗੁਣ ਜਿਹੜੇ ਨੇ ਇਹਨਾਂ ਦੇ ਵਿੱਚ ਨੇ, ਜਿਹੜੇ ਚੰਦੂ ਨੇ ਦੱਸੇ ਕਿ ਧਨ ਹੋਵੇ, ਉੱਚੇ ਕੁੱਲ ਵਾਲਾ ਹੋਵੇ, ਸੁੰਦਰ ਸਰੂਪ ਵਾਲਾ ਹੋਵੇ, ਇਹ ਤਿੰਨੇ ਹੀ ਗੱਲਾਂ ਜਿਹੜੀਆਂ ਨੇ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਹਨ। ਏਮ ਨਿਸ਼ਚੈ ਕਰਕੇ ਮਨ ਮਾਹੂ। ਇਸ ਤਰ੍ਹਾਂ ਕਹਿੰਦੇ ਇਹਨਾਂ ਨੇ ਆਪਣੇ ਮਨ ਦੇ ਵਿੱਚ ਨਿਸ਼ਚਾ ਕਰ ਲਿਆ, ਇਸ ਗੱਲ ਨੂੰ ਪੱਕੀ ਕਰ ਲਿਆ ਹੈ। ਬਹੁਰ ਜਨਾਇਓ ਸ੍ਰੀ ਗੁਰ ਪਾਹੂ। ਤੇ ਫਿਰ ਮਹਾਰਾਜ ਜੀ ਦੇ ਪਾਸ ਇਹਨਾਂ ਨੇ ਆਪਣੇ ਮਨ ਦੀ ਜੋ ਗੱਲ ਸੀ ਨਾ ਉਹ ਦੱਸਣਾ ਕੀਤੀ, ਜਿਹਦੇ ਵਾਸਤੇ ਇਹ ਦਿੱਲੀ ਤੋਂ ਚੱਲ ਕਰਕੇ ਆਏ ਆ, ਉਹ ਗੱਲ ਮਹਾਰਾਜ ਜੀ ਨੂੰ ਦੱਸਣਾ ਕੀਤੀ ਹੈ। ਸ਼ਾਹੂ ਦੀਵਾਨ ਸੁਤਾ ਕੋ ਨਾਤਾ। ਇਹ ਮਹਾਰਾਜ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਕਿ ਹੇ ਸੱਚੇ ਪਾਤਸ਼ਾਹ ਜੀ, ਜਿਹੜਾ ਦਿੱਲੀ ਦਾ ਦੀਵਾਨ ਹੈ ਨਾ, ਚੰਦੂ ਹੈ,
ਉਹਦੀ ਲੜਕੀ ਦਾ ਰਿਸ਼ਤਾ ਅਸੀਂ ਲੈ ਕਰਕੇ ਆਏ। ਉਹਨੇ ਸਾਨੂੰ ਭੇਜਿਆ ਸੀ ਕਿ ਜਾਓ ਸਾਰੇ ਦੇਸ਼ ਦੇ ਵਿੱਚ ਫਿਰ ਕਰਕੇ ਮੇਰੀ ਲੜਕੀ ਦੇ ਵਾਸਤੇ ਬਹੁਤ ਹੀ ਸੁੰਦਰ ਵਰ ਜਿਹੜਾ ਹੈ ਲੱਭਣਾ ਕਰੋ, ਉਹਦੇ ਵਾਸਤੇ ਅਸੀਂ ਆਏ ਹਾਂ। ਕਰਿਓ ਚਹਿਤ ਹਮ ਤੁਮਰੇ ਤਾਤਾ। ਤੇ ਅਸੀਂ ਹੁਣ ਚਾਹੁੰਦੇ ਹਾਂ ਸਾਰਾ ਦੇਸ਼ ਪਹਿਲਾਂ ਫਿਰ ਕੇ ਦੇਖਿਆ, ਪਰ ਸਾਨੂੰ ਕਿਤੋਂ ਵੀ ਜੋ ਚੰਦੂ ਨੇ ਕਿਹਾ ਸੀ ਕਿ ਇਹ ਗੁਣ ਹੋਣੇ ਚਾਹੀਦੇ, ਉੱਚੀ ਕੁੱਲ ਹੋਵੇ, ਧਨ ਹੋਵੇ ਉਹਦੇ ਘਰ ਦੇ ਅੰਦਰ ਤੇ ਸੁੰਦਰ ਸਰੂਪ ਹੋਵੇ, ਸਾਨੂੰ ਕਿਤੋਂ ਵੀ ਪ੍ਰਾਪਤ ਨਹੀਂ ਹੋਇਆ। ਪਰ ਇਹ ਸਾਰੇ ਗੁਣ ਜਿਹੜੇ ਤੁਹਾਡੇ ਘਰ ਦੇ ਵਿੱਚ ਮਿਲੇ, ਧਨ ਵੀ ਹੈ ਤੁਹਾਡੇ ਕੋਲ, ਉੱਚੀ ਕੁੱਲ ਵੀ ਹੈ ਤੁਹਾਡੀ, ਤੇ ਤੁਹਾਡਾ ਪੁੱਤਰ ਜਿਹੜਾ ਹੈ ਸੁਪੁੱਤਰ ਨੇ ਉਹ ਵੀ ਸੁੰਦਰ ਸਰੂਪ ਵਾਲੇ ਆ। ਇਸ ਕਰਕੇ ਅਸੀਂ ਇਹ ਰਿਸ਼ਤਾ ਜਿਹੜਾ ਨਾਤਾ ਜਿਹੜਾ ਤੁਹਾਡੇ ਤਾਤ ਪੁੱਤਰ ਨੂੰ ਕਰਨਾ ਚਾਹੁੰਦੇ ਹਾਂ। ਫੇਰ ਚਲੇ ਅਬ ਦਿੱਲੀ ਜਾਏ। ਕਹਿੰਦੇ ਹੁਣ ਅਸੀਂ ਆਪ ਜੀ ਦੇ ਸੁਪੁੱਤਰ ਨੂੰ ਦੇਖ ਲਿਆ, ਦੇਖ ਕਰਕੇ ਹੁਣ ਇੱਥੋਂ ਮੁੜ ਕਰਕੇ ਅਸੀਂ ਦਿੱਲੀ ਨੂੰ ਜਾਵਾਂਗੇ। ਸਭ ਬਿਰਤਾਂਤ ਕੋ ਤਹਾਂ ਸੁਨਾਏ। ਤੇ ਦਿੱਲੀ ਜਾ ਕਰਕੇ ਅਸੀਂ ਜਿਹੜਾ ਬਾਦਸ਼ਾਹ ਦਾ ਦੀਵਾਨ ਹੈ ਚੰਦੂ, ਉਹਨੂੰ ਜਾ ਕਰਕੇ ਸਾਰਾ ਹੀ ਵਰਤਾਂਤ ਜਿਹੜਾ ਜੋ ਇੱਥੇ ਅਸੀਂ ਦੇਖਿਆ, ਜਿਵੇਂ ਦੇਖਿਆ, ਜੋ ਸੁਣਿਆ, ਉਹ ਜਾ ਕਰਕੇ ਦੱਸਣਾ ਕਰਾਂਗੇ। ਦੇਰ ਨਹੀਂ ਤੂਰਨ ਹਟਾਵੇਂ। ਤੇ ਅਸੀਂ ਜਾ ਕਰਕੇ ਉਹਨੂੰ ਦੱਸਾਂਗੇ, ਦੇਰੀ ਨਹੀਂ ਲਾਵਾਂਗੇ ਤੇ ਛੇਤੀ ਹੀ ਅਸੀਂ ਮੁੜ ਕਰਕੇ ਆਵਾਂਗੇ। ਉਹਦੇ ਵੱਲੋਂ ਵੀ ਸੁਨੇਹਾ ਲੈ ਕਰਕੇ ਜੋ ਵੀ ਸਾਨੂੰ ਉਹ ਸੁਨੇਹਾ ਦੇਵੇਗਾ, ਜੋ ਕਰਨ ਵਾਸਤੇ ਕਵੇਗਾ, ਅਸੀਂ ਰਿਸ਼ਤਾ ਕਰਨ ਵਾਸਤੇ ਛੇਤੀ ਹੀ ਮੁੜ ਕਰਕੇ ਵਾਪਸ ਆਵਾਂਗੇ। ਹਮ ਉੱਤਮ ਸੰਬੰਧ ਬਣਾਵੇਂ। ਤੇ ਇਸ ਤਰ੍ਹਾਂ ਕਹਿੰਦੇ ਕਿ ਇਹ ਜਿਹੜਾ ਬਹੁਤ ਹੀ ਚੰਗਾ ਸੰਬੰਧ ਬਣੇਗਾ, ਰਿਸ਼ਤਾ ਬਣੇਗਾ ਗੁਰੂ ਘਰ ਦੇ ਨਾਲ, ਜੇ ਦੀਵਾਨ ਚੰਦੂ ਦਾ ਇਹ ਰਿਸ਼ਤਾ ਜੁੜ ਜਾਵੇ। ਸ਼੍ਰੀ ਅਰਜਨ ਦੋਨੋਂ ਸੰਗ ਭਾਖਾ। ਜਦੋਂ ਇਹਨੇ ਬ੍ਰਾਹਮਣ ਨੇ, ਨਾਈ ਨੇ ਮਹਾਰਾਜ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ ਅਸੀਂ ਇਸ ਤਰ੍ਹਾਂ ਲੜਕੀ ਦਾ ਰਿਸ਼ਤਾ ਲੈ ਕੇ ਆਏ ਆ, ਗੁਰੂ ਘਰ ਦੇ ਨਾਲ ਨਾਤਾ ਜੋੜਨਾ ਚਾਹੁੰਦੇ ਆ, ਤੇ ਅਸੀਂ ਹੁਣ ਸਾਰਾ ਵਰਤਾਂਤ ਜਾ ਕੇ ਦੀਵਾਨ ਚੰਦੂ ਨੂੰ ਦੱਸਾਂਗੇ ਕਿ ਭਾਈ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਹਨ, ਉਹਨਾਂ ਦੇ ਸੁਪੁੱਤਰ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਤੇ ਬੜੇ ਹੀ ਸੁੰਦਰ ਸਰੂਪ ਵਾਲੇ ਨੇ, ਧਨ ਵੀ ਉਹਨਾਂ ਦੇ ਘਰ ਦੇ ਅੰਦਰ ਬਹੁਤ ਹੈ, ਸੰਗਤਾਂ ਬੜਾ ਭਟਾਵਾਂ ਚੜਾਉਂਦੀਆਂ, ਚੜਾਵਾ ਚੜਦਾ ਉਹਨਾਂ ਦੇ ਘਰ ਦੇ ਅੰਦਰ, ਤੇ ਉੱਚੀ ਕੁੱਲ ਵੀ ਹੈ ਉਹਨਾਂ ਦੀ। ਇਹ ਸਭ ਕੁਝ ਅਸੀਂ ਜਾ ਕਰਕੇ ਦੱਸਾਂਗੇ। ਜਦੋਂ ਇਸ ਤਰ੍ਹਾਂ ਬੇਨਤੀ ਕੀਤੀ ਹੈ ਨਾ, ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਉਹਨਾਂ ਦੋਵਾਂ ਨੂੰ ਇਸ ਤਰ੍ਹਾਂ ਬਚਨ ਕਰਨ ਲੱਗੇ ਹਨ। ਹੋਵਹਿ ਸੋ ਜੋ ਰਾਮ ਰਚ ਰਾਖਾ। ਮਹਾਰਾਜ ਜੀ ਅੱਗੋਂ ਕਹਿਣ ਲੱਗੇ, ਕਿਉਂਕਿ ਸਤਿਗੁਰੂ ਜੀ ਤਿੰਨਾਂ ਕਾਲਾਂ ਦੇ ਗਿਆਤਾ ਨੇ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਸਤਿਗੁਰੂ ਜੀ ਸਾਰਿਆਂ ਦੇ ਦਿਲਾਂ ਦੀ ਵੀ ਜਾਣਦੇ ਆ, ਪਿੱਛੇ ਜੋ ਹੋ ਚੁੱਕਿਆ ਉਹਨੂੰ ਵੀ ਜਾਣਦੇ ਆ, ਜੋ ਵਰਤਮਾਨ ਵਿੱਚ ਹੋਣਾ ਉਹ ਵੀ ਜਾਣਦੇ ਆ, ਤੇ ਜਿਹੜਾ ਅੱਗੇ ਭਵਿੱਖ ਦੇ ਵਿੱਚ ਜਿਹੜਾ ਲੁਕਿਆ ਹੋਇਆ ਉਹ ਵੀ ਸਤਿਗੁਰੂ ਜੀ ਜਾਣਦੇ ਆ। ਸਤਿਗੁਰਾਂ ਤੋਂ ਕੋਈ ਚੀਜ਼ ਗੁਪਤ ਨਹੀਂ ਰਹਿ ਸਕਦੀ। ਇਸ ਕਰਕੇ ਮਹਾਰਾਜ ਜੀ ਆਉਣ ਵਾਲੇ ਸਮੇਂ ਨੂੰ ਵੇਖ ਕੇ ਬਚਨ ਕਰ ਰਹੇ ਆ, ਹੋਵੈ ਜੋ ਰਾਮ ਰਚ ਰਾਖਾ। ਮਹਾਰਾਜ ਜੀ ਕਹਿੰਦੇ ਉਹ ਹੀ ਹੋਵੇਗਾ ਜੋ ਵਾਹਿਗੁਰੂ ਨੇ ਆਪ ਰਚਿਆ, ਆਪ ਬਣਤ ਬਣਾਈ ਹੈ, ਪਰਮੇਸ਼ਰ ਬਣਤ ਬਣਾਈ, ਕਿ ਪਰਮੇਸ਼ਰ ਦੀ ਜਿਹੜੀ ਬਣਤ ਬਣਾਈ ਹੋਈ ਹੈ ਨਾ ਸਾਰੀ, ਇਹ ਜਿਸ ਤਰ੍ਹਾਂ ਉਹਨੇ ਲਿਖਿਆ ਹੋਇਆ ਕੁਝ ਸਾਡੇ ਕਰਮਾਂ ਦੇ ਵਿੱਚ, ਜਾਂ ਕਿਸੇ ਦੀ ਚੰਦੂ ਦੀਵਾਨ ਦੀ ਲੜਕੀ ਦੀ ਜੋ ਵੀ ਵਿਧੀ ਲਿਖੀ ਪਰਮਾਤਮਾ ਨੇ, ਉਸੇ ਤਰ੍ਹਾਂ ਹੀ ਹੋਵੇਗਾ। ਪਰਮੇਸ਼ਰ ਸਭ ਬਣਤ ਬਣਾਈ। ਮਹਾਰਾਜ ਜੀ ਕਹਿੰਦੇ ਪਰਮੇਸ਼ਰ ਜੋ ਸਾਰਿਆਂ ਤੋਂ ਵੱਡਾ ਹੈ, ਵਾਹਿਗੁਰੂ ਪਰਮਾਤਮਾ ਹੈ, ਉਹਨੇ ਹੀ ਸਾਰੀ ਸ੍ਰਿਸ਼ਟੀ ਦੀ ਬਣਤ ਬਣਾਈ ਹੈ, ਤੇ ਉਹਨੇ ਹੀ ਸਾਰਿਆਂ ਦੇ ਸੰਜੋਗ ਵਿਜੋਗ ਜਿਹੜੇ ਆ ਬਣਾਉਣਾ ਕੀਤੇ ਆ, ਕਿ ਜਿਹਦਾ ਕਿਸੇ ਦਾ ਵਿਜੋਗ ਹੋਣਾ, ਵਿਛੋੜਾ ਪੈਣਾ, ਉਹ ਵੀ ਵਾਹਿਗੁਰੂ ਨੇ ਲਿਖਿਆ ਹੋਇਆ। ਆਪਾਂ ਇਹ ਪੜ੍ਹਦੇ ਨਾ, ਤੂੰ ਕਰਤਾ ਸਚਿਆਰ ਮੈਡਾ ਸਾਈਂ, ਕਿ ਉਹ ਕਰਤਾ ਹੈ ਸਾਰੀ ਸ੍ਰਿਸ਼ਟੀ ਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹਨੂੰ ਕਰਤਾ ਪੁਰਖ ਲਿਖਿਆ, ਕਿ ਵਾਹਿਗੁਰੂ ਜਿਹੜਾ ਹੈ ਕਰਤਾ ਹੈ, ਪੂਰਿਆ ਹੋਇਆ ਹਰ ਥਾਂ ਦੇ ਉੱਤੇ, ਹਰ ਜੀਵ ਦੇ ਵਿੱਚ ਬੈਠ ਕੇ ਉਹ ਆਪਣਾ ਕਰਤਾ ਪੁਣਾ ਜਿਹੜਾ ਨਿਭਾ ਰਿਹਾ। ਅਸੀਂ ਜ਼ਰੂਰ ਇਹ ਹੰਕਾਰ ਵਿੱਚ ਪੈ ਜਾਂਦੇ ਕਿ ਮੈਂ ਕਰਦਾ ਇਹ ਕੰਮ, ਸਾਡੀ ਮੈਂ ਜਿਹੜੀ ਆ ਉਸ ਕਰਤੇ ਨੂੰ ਖਤਮ ਕਰ ਦਿੰਦੀ ਆ। ਪਰ ਜਿੱਦਣ ਅਸੀਂ ਤੂੰ ਦੀ ਰਟ ਕਰਨ ਲੱਗ ਪੈਂਦੇ ਆ, ਕਿ ਸਮਝ ਲੈਂਦੇ ਕਿ ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹੋ ਪਾਈ, ਕਿ ਜੋ ਤੈਨੂੰ ਭਾਉਂਦਾ ਵਾਹਿਗੁਰੂ ਉਹੀ ਹੋਣਾ, ਤੇਰੇ ਤੋਂ ਬਿਨਾ ਹੋਰ ਕੁਝ ਨਹੀਂ ਹੋ ਸਕਦਾ। ਜੋ ਤੂੰ ਕਰਨਾ ਚਾਹੁੰਦਾ ਉਹੀ ਹੁੰਦਾ। ਪਰ ਕਈ ਵਾਰ ਸਾਡੇ ਮਨ ਵਿੱਚ ਇਹ ਵੀ ਆਉਂਦਾ ਕਿ ਕੀ ਫਿਰ ਗੁਰੂ ਮਹਾਰਾਜ ਜੀ ਅੱਗੇ ਜਾਂ ਪਰਮਾਤਮਾ ਅੱਗੇ ਆਪਾਂ ਅਰਦਾਸ ਬੇਨਤੀ ਕਰਦੇ ਹਾਂ ਕਿ ਉਹ ਨਹੀਂ ਕਰਨੀ ਚਾਹੀਦੀ, ਕੀ ਉਹ ਫਿਰ ਸਾਡੀ ਅਰਦਾਸ ਬੇਨਤੀ ਨਹੀਂ ਸੁਣੀ ਜਾਂਦੀ? ਨਹੀਂ ਸਾਧ ਸੰਗਤ ਜੀ, ਉਹ ਅਰਦਾਸ ਬੇਨਤੀ ਸੁਣੀ ਜਾਂਦੀ ਸਾਡੀ,
ਪਰ ਸਾਡੀ ਅਰਦਾਸ ਬੇਨਤੀ ਉਹ ਸੁਣੀ ਜਾਂਦੀ ਹੈ ਜਿਹੜੀ ਵਾਹਿਗੁਰੂ ਦੀ ਇੱਛਾ ਦੇ ਨਾਲ ਮੇਲ ਖਾ ਜਾਂਦੀ। ਸਾਡੀ ਇੱਛਾ ਨਾਲ ਵਾਹਿਗੁਰੂ ਦੀ ਇੱਛਾ ਨਹੀਂ ਮੇਲ ਖਾਂਦੀ, ਜੋ ਵਾਹਿਗੁਰੂ ਦੀ ਇੱਛਾ ਹੁੰਦੀ ਹੈ ਉਹ ਹੁੰਦਾ ਅਸਲ ਦੇ ਵਿੱਚ। ਜੋ ਅਸੀਂ ਚਾਹੁੰਦੇ ਆ ਉਹ ਨਹੀਂ ਹੁੰਦਾ। ਹਾਂ, ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਸਾਡੀ ਇੱਛਾ ਜਿਹੜੀ ਆ, ਜੋ ਅਸੀਂ ਚਾਹੁੰਦੇ ਆ, ਵਾਹਿਗੁਰੂ ਵੀ ਉਹੀ ਚਾਹੁੰਦਾ ਹੁੰਦਾ, ਤਾਂ ਕਰਕੇ ਉਹ ਸਾਡੀ ਅਰਦਾਸ ਉਦੋਂ ਪੂਰੀ ਹੋ ਜਾਂਦੀ। ਹੁੰਦਾ ਵਾਹਿਗੁਰੂ ਜੋ ਚਾਹੁੰਦਾ ਉਹੀ ਹੈ। ਉਹ ਕਰਤਾ ਪੁਰਖ ਹੈ ਸਾਰੀ ਸ੍ਰਿਸ਼ਟੀ ਦਾ, ਉਹਨੇ ਸਾਰੀ ਸ੍ਰਿਸ਼ਟੀ ਦੀ ਬਣਤ ਬਣਾਈ ਹੈ। ਹਰ ਜੀਵ ਦਾ ਕਰਮ ਹੈ ਜਿਹੜਾ, ਜਦੋਂ ਤੋਂ ਇਹ ਜੀਵ ਸੰਸਾਰ ਦੇ ਵਿੱਚ ਆ ਜਾਂਦਾ ਨਾ, ਉਦੋਂ ਤੋਂ ਲੈ ਕਰਕੇ ਮਰਨ ਤੱਕ ਵਾਹਿਗੁਰੂ ਦੇ ਹੁਕਮ ਵਿੱਚ ਚੱਲਦਾ। ਆਪਾਂ ਇਹ ਬਚਨ ਕਈ ਵਾਰ ਪੜ੍ਹੇ ਸੁਣੇ ਗੁਰਬਾਣੀ ਦੇ ਅੰਦਰ। ਮਹਾਰਾਜ ਜੀ ਕਹਿੰਦੇ ਨੇ, ਜੰਮਣ ਮਰਨਾ ਹੁਕਮ ਹੈ, ਭਾਣੈ ਆਵੈ ਜਾਏ। ਪਰ ਜੇ ਥੋੜਾ ਜਿਹਾ ਇਹਨੂੰ ਵਿਚਾਰੀਏ ਨਾ, ਇਸ ਸ਼ਬਦ ਨੂੰ, ਕੱਲਾ ਜੰਮਣ ਤੇ ਮਰਨ ਨਹੀਂ, ਕਿ ਜਿਹੜਾ ਜੰਮਣਾ ਇਹ ਵਾਹਿਗੁਰੂ ਦੇ ਹੁਕਮ ਵਿੱਚ ਹੈ ਤੇ ਮਰਨਾ ਜਿਹੜਾ ਇਹ ਵਾਹਿਗੁਰੂ ਦੇ ਹੁਕਮ ਵਿੱਚ ਹੈ, ਨਹੀਂ, ਇਹ ਵੀ ਨਾਲ ਵਿਚਾਰੀ ਕਿ ਜੰਮਣ ਤੋਂ ਲੈ ਕਰਕੇ, ਜੰਮਣ ਮਰਨਾ ਹੁਕਮ ਹੈ, ਭਾਣੈ ਆਵੈ ਜਾਏ। ਜੰਮਣ ਤੋਂ ਲੈ ਕਰਕੇ ਜਦੋਂ ਤੋਂ ਜੀਵ ਸੰਸਾਰ ਦੇ ਅੰਦਰ ਆ ਗਿਆ, ਮਾਤਾ ਦੇ ਗਰਭ ਵਿੱਚ ਆ ਗਿਆ, ਉਦੋਂ ਤੋਂ ਲੈ ਕੇ ਜਦੋਂ ਸੰਸਾਰ ਦੇ ਅੰਦਰ ਫਿਰ ਪ੍ਰਗਟ ਹੋ ਗਿਆ, ਉਦੋਂ ਤੋਂ ਲੈ ਕਰਕੇ ਮਰਨ ਤੱਕ ਦਾ ਜਿਹੜਾ ਸਫ਼ਰ ਹੈ, ਉਹਦੇ ਅੰਦਰ ਦਾ ਜੋ ਸਮਾਂ, ਭਾਵੇਂ ਉਹ 10 ਸਾਲ ਦਾ, 15 ਸਾਲ ਦਾ, 20 ਸਾਲ, 50 ਸਾਲ, 70 ਸਾਲ, 100 ਸਾਲ ਦਾ ਸਮਾਂ, ਉਹ ਸਾਰਾ ਹੀ ਸਮਾਂ ਵਾਹਿਗੁਰੂ ਦੇ ਹੁਕਮ ਵਿੱਚ ਹੈ। ਮਹਾਰਾਜ ਜੀ ਕਹਿੰਦੇ ਨੇ ਨਾ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈਐ, ਇਕ ਨਾ ਹੁਕਮੀ ਬਖਸ਼ੀਸ, ਇਕ ਹੁਕਮੀ ਸਦਾ ਭਵਾਈਐ, ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ, ਤਾਂ ਹਉਮੈ ਕਹੈ ਨਾ ਕੋਈ। ਵੀ ਸਭ ਕੁਝ ਉਹਦੇ ਹੁਕਮ ਦੇ ਵਿੱਚ ਆ। ਜਿੰਨੇ ਆਕਾਰ ਨੇ ਸੰਸਾਰ ਦੇ ਅੰਦਰ, ਇਹ ਸਾਰੇ ਉਹਦੇ ਹੁਕਮ ਦੇ ਵਿੱਚ ਨੇ। ਜਿੰਨੇ ਜੀਵ ਪੈਦਾ ਹੋ ਰਹੇ ਨੇ, ਇਹ ਸਾਰੇ ਹੁਕਮ ਦੇ ਵਿੱਚ ਨੇ। ਉੱਤਮ ਨੇ, ਕੋਈ ਨੀਚ ਨੇ, ਨੀਵੇਂ ਨੇ, ਕੋਈ ਚੰਗੇ ਨੇ, ਕੋਈ ਉੱਚੇ ਨੇ, ਉਹ ਵੀ ਉਹਦੇ ਹੁਕਮ ਦੇ ਵਿੱਚ ਨੇ। ਜਿਨ੍ਹਾਂ ਦੇ ਉੱਤੇ ਬਖਸ਼ਿਸ਼ ਹੋ ਰਹੀ ਹੈ ਨਾਮ ਦੀ, ਨਾਮ ਨਾਲ ਜੁੜ ਗਏ, ਸੰਤ ਬਣ ਗਏ, ਗੁਰਮੁਖ ਬਣ ਗਏ, ਜਾਂ ਜਿਨ੍ਹਾਂ ਤੇ ਬਖਸ਼ਿਸ਼ਾਂ ਹੋ ਗਈਆਂ ਧਨ ਪਦਾਰਥ ਦੀਆਂ, ਉੱਚੀ ਕੁੱਲ ਦੀਆਂ, ਇਹ ਵੀ ਹੁਕਮ ਦੇ ਵਿੱਚ ਹੈ। ਤੇ ਜਿਹੜੇ ਭਟਕਦੇ ਫਿਰਦੇ ਨੇ, ਭਵਾਈਏ ਮਹਾਰਾਜ ਕਹਿੰਦੇ ਨੇ ਵੀ ਭਟਕਦੇ ਫਿਰਦੇ, ਉਹ ਵੀ ਹੁਕਮ ਦੇ ਵਿੱਚ। ਕੋਈ ਕਿਤੇ ਤੁਰਿਆ ਫਿਰਦਾ, ਕੋਈ ਕਿਤੇ ਤੁਰਿਆ ਫਿਰਦਾ, ਹੈ ਸਭ ਕੁਝ ਹੀ ਉਹਦੇ ਹੁਕਮ ਦੇ ਵਿੱਚ। ਉਹਦੇ ਹੁਕਮ ਨੂੰ ਬੁੱਝਣਾ ਬੜਾ ਔਖਾ, ਪਰ ਜਿਹੜਾ ਬੁੱਝ ਲੈਂਦਾ ਨਾ, ਮਹਾਰਾਜ ਕਹਿੰਦੇ ਉਹਦੇ ਅੰਦਰ ਹਉਮੈ ਨਹੀਂ ਰਹਿੰਦੀ, ਮੈਂ ਨਹੀਂ ਰਹਿੰਦੀ। ਉਹ ਜਾਣ ਲੈਂਦਾ ਕਿ ਸਭ ਕੁਝ ਕਰਨ ਵਾਲਾ ਕਰਤਾ। ਤੇ ਇੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ ਉਸ ਬ੍ਰਾਹਮਣ ਨੂੰ ਕਿ ਬ੍ਰਾਹਮਣ, ਇਹ ਜੋ ਰਾਮ ਨੇ ਰਚਿਆ ਨਾ, ਵਾਹਿਗੁਰੂ ਨੇ, ਪਰਮੇਸ਼ਰ ਨੇ ਜੋ ਬਣਤ ਬਣਾਈ ਹੈ, ਉਹਦੇ ਅਨੁਸਾਰ ਹੀ ਸਭ ਕੁਝ ਹੋਵੇਗਾ। ਭਲੀ ਜੋ ਹੋਏ ਕਰਤ ਬਿਦ ਸਾਈ। ਹਾਂ, ਮਹਾਰਾਜ ਜੀ ਕਹਿੰਦੇ ਸਾਈਂ ਜੋ ਮਾਲਕ ਹੈ ਨਾ, ਸਾਈਂ ਜਾਂ ਉਹ ਜਿਹੜੀ ਵੀ ਬਣਤ ਵਾਹਿਗੁਰੂ ਨੇ ਵਿਧੀ ਜਾਂ ਬਣਾਈ ਹੋਈ, ਕੋਈ ਜੁਗਤ ਬਣਾਈ ਹੋਈ ਹੈ, ਉਹਦੇ ਅਨੁਸਾਰ ਜੋ ਵਾਹਿਗੁਰੂ ਕਰਦਾ ਉਹ ਚੰਗਾ ਹੀ ਹੋਵੇਗਾ। ਆਪਾਂ ਰੋਜ਼ ਹੀ ਪੜ੍ਹਦੇ ਮਹਾਰਾਜ ਜੀ ਦੇ ਬਚਨ, ਸਤਿਗੁਰਾਂ ਦੇ ਬਚਨ ਇਹ ਪੜ੍ਹਦੇ ਬਾਣੀ ਦੇ ਅੰਦਰ ਕਿ ਜੋ ਵਾਹਿਗੁਰੂ ਕਰਦਾ ਉਹ ਚੰਗਾ ਹੀ ਹੁੰਦਾ, ਭਲਾ ਹੀ ਹੁੰਦਾ। ਵਾਹਿਗੁਰੂ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਦਾ। ਜੇ ਆਪਾਂ ਇਹ ਕਹਿ ਦਈਏ ਕਿ ਵਾਹਿਗੁਰੂ ਜੀ ਨੇ ਮਾੜਾ ਕਰ ਦਿੱਤਾ, ਸਾਡੇ ਜ਼ਬਾਨ ਦੇ ਵਿੱਚੋਂ ਨਾ ਇਹ ਸ਼ਬਦ ਕਈ ਵਾਰ ਨਿਕਲ ਜਾਂਦੇ ਆ। ਅਸੀਂ ਕਹਿ ਦਿੰਦੇ ਕਿ ਵਾਹਿਗੁਰੂ ਨੇ ਸਾਡੇ ਨਾਲ ਬੜਾ ਮਾੜਾ ਕਰ ਦਿੱਤਾ। ਕਈ ਵਾਰ ਕੋਈ ਨੁਕਸਾਨ ਹੋ ਜਾਂਦਾ ਹੈ, ਘਾਟਾ ਪੈ ਜਾਂਦਾ ਹੈ ਕਾਰੋਬਾਰ ਦੇ ਵਿੱਚ, ਤੇ ਅਸੀਂ ਕਹਿ ਦਿੰਦੇ ਜੀ ਪਰਮੇਸ਼ਰ ਨੇ ਬੜਾ ਮਾੜਾ ਕੀਤਾ। ਨਹੀਂ, ਪਰਮੇਸ਼ਰ ਕਦੇ ਵੀ ਕਿਸੇ ਨਾਲ ਮਾੜਾ ਨਹੀਂ ਕਰਦਾ। ਜੇ ਉਹ ਮਾੜਾ ਕਰਦਾ ਫਿਰ ਉਹ ਨਿਰਵੈਰ ਨਹੀਂ ਹੋ ਸਕਦਾ। ਸਾਨੂੰ ਇਹ ਵੀ ਨਾਲ ਚੇਤੇ ਰੱਖਣਾ ਪਵੇਗਾ ਨਾ ਕਿ ਪਰਮਾਤਮਾ ਜਿਹੜਾ ਹੈ ਨਿਰਵੈਰ ਹੈ, ਕਿਸੇ ਨਾਲ ਵੈਰ ਨਹੀਂ ਕਰਦਾ, ਉਹਦਾ ਕਿਸੇ ਨਾਲ ਵੈਰ ਨਹੀਂ ਹੈ। ਉਹ ਨਿਰਵੈਰ ਹੈ, ਵੈਰ ਤੋਂ ਰਹਿਤ ਹੈ। ਤੇ ਉਹ ਜੇ ਵੈਰ ਤੋਂ ਰਹਿਤ ਹੈ ਫਿਰ ਉਹ ਕਿਸੇ ਦਾ ਮਾੜਾ ਨਹੀਂ ਕਰ ਸਕਦਾ। ਮਾੜਾ ਤਾਂ ਉਹਦਾ ਹੀ ਕੀਤਾ ਜਾਂਦਾ ਨਾ ਜਿਹਦੇ ਨਾਲ ਵੈਰ ਹੋਵੇ ਕੋਈ। ਇਸ ਕਰਕੇ ਵਾਹਿਗੁਰੂ ਕਿਸੇ ਦਾ ਮਾੜਾ ਨਹੀਂ ਕਰਦਾ। ਆਪਾਂ ਇਹ ਬਚਨ ਮਹਾਰਾਜ ਜੀ ਦੇ ਪੜ੍ਹਦੇ ਹਾਂ, ਤੂੰ ਸਦਾ ਸਲਾਮਤ ਨਿਰੰਕਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵੀ ਜੋ ਵੀ ਉਹਨੂੰ ਭਾਉਂਦਾ ਸਾਨੂੰ ਉਹ ਚੰਗਾ ਲੱਗਣਾ ਚਾਹੀਦਾ। ਤੇ ਜੋ ਵਾਹਿਗੁਰੂ ਕਰਦਾ ਹਮੇਸ਼ਾ ਭਲਾ ਕਰਦਾ। ਭਲੀ ਜੋ ਹੋਏ ਕਿਰਤ ਬਿਦ ਸਾਈ, ਮਹਾਰਾਜ ਜੀ ਕਹਿੰਦੇ ਉਹ ਮਾਲਕ ਜੋ ਵਾਹਿਗੁਰੂ ਹੈ, ਜੋ ਵੀ ਕਰੇਗਾ ਉਹ ਚੰਗਾ ਹੀ ਹੋਵੇਗਾ। ਇਮ ਕਹਿ ਲਾਗ ਦੇਨ ਜਬ ਲਾਗੇ। ਤੇ ਇਸ ਤਰ੍ਹਾਂ ਜਦੋਂ ਮਹਾਰਾਜ ਜੀ ਨੇ ਬਚਨ ਕਹੇ ਤੇ ਮਹਾਰਾਜ ਜੀ ਨਾ ਉਸ ਬ੍ਰਾਹਮਣ ਨੂੰ ਲਾਗ ਦੇਣ ਲੱਗੇ ਸੀ। ਤੇ ਮਹਾਰਾਜ ਜੀ ਜਦੋਂ ਇਹ ਬਚਨ ਕਹਿ ਕਰਕੇ ਉਹਨੂੰ ਬ੍ਰਾਹਮਣ ਨੂੰ ਲਾਗ ਦੇਣ ਲੱਗੇ ਹਨ। ਲਿਓ ਨ ਤਿਨਹੁ ਕਹਿਤ ਗੁਰ ਆਗੇ। ਤੇ ਜਦੋਂ ਬ੍ਰਾਹਮਣ ਉਹਨੂੰ ਲਾਗ ਦੇਣ ਲੱਗੇ, ਉਹਦੀ ਭੇਟਾ ਦੇਣ ਲੱਗੇ ਕਿ ਭਾਈ ਚਲਾ ਆ ਲੈ ਲਾ, ਤੂੰ ਹੁਣ ਆਪਣੀ ਭੇਟਾ ਲੈ ਲਾ, ਲਾਗ ਲੈ ਲਾ, ਤੂੰ ਰਿਸ਼ਤਾ ਲੈ ਕਰਕੇ ਆਇਆ। ਪਰ ਇਹ ਬ੍ਰਾਹਮਣ ਨੇ ਅੱਗੋਂ ਕਹਿ ਦਿੱਤਾ, ਲਈ ਨਹੀਂ, ਕਹਿਣ ਲੱਗਾ ਗੁਰੂ ਮਹਾਰਾਜ ਜੀ ਨੂੰ
ਜਬ ਐਹੈ ਹਮ ਦੂਸਰ ਬਾਰੀ। ਆ ਕਹਿਣ ਲੱਗਾ ਮਹਾਰਾਜ ਜੀ ਹੁਣ ਨਹੀਂ ਅਸੀਂ ਇਹ ਲਾਗ ਲੈਣਾ ਆਪਣਾ, ਅਸੀਂ ਜਾਵਾਂਗੇ ਦਿੱਲੀ ਜਾ ਕਰਕੇ ਚੰਦੂ ਦੇ ਨਾਲ ਸਾਰੀ ਗੱਲ ਕਰਾਂਗੇ। ਗੱਲਬਾਤ ਕਰਕੇ ਜਦੋਂ ਰਿਸ਼ਤੇ ਦੀ ਗੱਲ ਕਰਨ ਆਵਾਂਗੇ, ਸ਼ਗਨ ਲੈ ਕੇ ਆਵਾਂਗੇ ਨਾ, ਦੂਸਰੀ ਵਾਰ ਜਦੋਂ ਅਸੀਂ ਆਵਾਂਗੇ ਉਦੋਂ ਤੁਹਾਡੇ ਕੋਲੋਂ ਇਹ ਲਾਗ ਲਵਾਂਗੇ। ਤਬ ਕਰਹਿ ਜਿਮ ਆਪ ਉਚਾਰੀ। ਹਾਂ ਮਹਾਰਾਜ ਜੀ, ਜਿਵੇਂ ਤੁਸੀਂ ਉਚਾਰਨ ਕਰੋਗੇ ਕਹੋਗੇ ਉਵੇਂ ਆਪ ਜੀ ਦੀ ਇੱਛਾ ਦੇ ਅਨੁਸਾਰ ਹੀ ਅਸੀਂ ਦੂਸਰੀ ਵਾਰ ਜਦੋਂ ਆਏ ਸਭ ਕੁਝ ਕਰਾਂਗੇ। ਮਸਤਕ ਟੇਕ ਵਿਸਰਜਨ ਹੋਏ। ਤੀਸਰਾ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਇਹ ਦੋਵੇਂ ਜਾਣੇ ਬ੍ਰਾਹਮਣ ਤੇ ਨਾਈ ਜਿਹੜੇ ਸਤਿਗੁਰਾਂ ਤੋਂ ਵਿਦਾ ਹੋ ਗਏ। ਗਮਨੇ ਤੂਰਨ ਦਿੱਲੀ ਦੋਏ। ਤੇ ਛੇਤੀ ਦੇ ਨਾਲ ਚੱਲ ਕਰਕੇ ਇਹ ਦਿੱਲੀ ਪਹੁੰਚੇ ਨੇ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕਰਕੇ ਇਹ ਦੀਵਾਨ ਚੰਦੂ ਦੇ ਕੋਲ ਦਿੱਲੀ ਪਹੁੰਚ ਗਏ ਦੋਵੇਂ ਹੀ। ਇਤ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥੇ ਚਤੁਰਥ ਰਾਸੇ ਸਗਾਈ ਪ੍ਰਸੰਗ ਵਰਣਨੰ ਨਾਮ ਦੁਤਿਓ ਅੰਸੂ। ਸਾਧ ਸੰਗਤ ਜੀ, ਇੱਥੇ ਸਮੇਂ ਦੀ ਵੀ ਸਮਾਪਤੀ ਹੈ ਤੇ ਅਧਿਆਇ ਵੀ ਜਿਹੜਾ ਹੈ ਇਹ ਇੱਥੇ ਸਮਾਪਤ ਹੋਇਆ। ਸੋ ਜਿਸ ਤਰ੍ਹਾਂ ਸਤਿਗੁਰੂ ਜੀ ਕਿਰਪਾ ਕਰਨਗੇ ਅੱਗੇ ਇਤਿਹਾਸ ਆਵੇਗਾ, ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਵਣ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ ਇਹ ਪਵਿੱਤਰ ਪਾਵਨ ਗੁਰੂ ਮਹਾਰਾਜ ਜੀ ਦਾ ਇਤਿਹਾਸ ਸਾਡੇ ਹਿਰਦੇ ਵਿੱਚ ਵਸੇ, ਸਾਡੇ ਅੰਦਰ ਵੀ ਸ਼ਰਧਾ ਭਾਵਨਾ ਪ੍ਰੇਮ ਜਿਹੜਾ ਹੈ ਗੁਰੂ ਜੀ ਦੇ ਪ੍ਰਤੀ ਬਣ ਜਾਵੇ। ਕਿਉਂਕਿ ਜਿੰਨਾ ਚਿਰ ਸਾਡੇ ਅੰਦਰ ਪ੍ਰੇਮ ਨਹੀਂ, ਭਾਵਨਾ ਨਹੀਂ ਬਣਦੀ, ਉਨਾ ਚਿਰ ਸਾਡੇ ਤੇ ਬਖਸ਼ਿਸ਼ ਨਹੀਂ ਹੋ ਸਕਦੀ। ਸਾਰੀਆਂ ਹੀ ਸੰਗਤਾਂ ਦਾਸ ਦੀ ਵੀ ਅਰਦਾਸ ਕਰਿਓ ਕਿ ਹੇ ਸੱਚੇ ਪਾਤਸ਼ਾਹ ਜੀ ਸਾਨੂੰ ਪ੍ਰੇਮ ਦੀ ਦਾਤ ਬਖਸ਼ਿਸ਼ ਕਰ ਦਿਓ, ਸਾਡੇ ਅੰਦਰ ਭਾਵਨਾ ਬਣ ਜਾਵੇ, ਪ੍ਰੇਮ ਬਣ ਜਾਵੇ ਆਪ ਜੀ ਦੇ ਚਰਨਾਂ ਦਾ। ਤੇ ਸਤਿਗੁਰੂ ਜੀ ਦਇਆ ਕਰਨ, ਵਿਚਾਰਾਂ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਣੀਆਂ ਸੁਭਾਵਿਕ ਨੇ। ਸਤਿਗੁਰੂ ਜੀ ਸਤਿਗੁਰਾਂ ਦੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਆ। ਦੇਹੋ ਸੱਜਣ ਸੀਸੜੀਆ ਜੋ ਹੋਵੇ ਸਾਹਿਬ ਸਿਉ ਮੇਲ। ਮਸਤਕ ਟੇਕ ਵਿਸਰਜਨ ਹੋਏ। ਗਮਨੇ ਤੂਰਨ ਦਿੱਲੀ ਦੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁਤ ਹੈ ਪਾਰ ਬ੍ਰਹਮ ਅਭਿਨਾਸੀ ਅਘਨਾਸ। ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ। ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ। हे गोबिंद हे गुण निधान जाकै सदा विवेक। हे अपरंपर हर हरे है पी होवनहार। हे संतह कै सदा संग निधारा आधार। हे ठाकुर हूँ दसरो मैं निर्गुण गुण नहीं। नानक दीजै नाम दान राखो परोए। आए प्रभ शरणागति कृपा निध दया। एक अखर हर मन बसत नानक होत निहाल। वाहिगुरु नाम जहाज है चढ़े सो तरे पार। जो शरदा कर सेवंदे गुर पार। कथा निता प्रत होत है सुनो सिंह सुजान। नानक गुरु गोबिंद सिंह जी सदा करे कल्याण। कथा निता प्रत होत है सुनो सिंह सुजान। नानक गुरु गोबिंद सिंह जी सदा करे कल्याण। एक ओंकार सतनाम करता पुरख निरभਉ निर्वैर अकाल मूरत अजूनी सैभं गुर प्रसाद जप। आद सच जुगाद सच है भी सच नानक होसी भी सच। एक ओंकार सतनाम करता पुरख निरभਉ निर्वैर अकाल मूरत अजूनी सैभं गुर प्रसाद जप। आद सच जुगाद सच
ਹੈ ਵੀ ਸਚ। ਨਾਨਕ ਹੋਸੀ ਵੀ ਸਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਵੀ ਸਚ। ਨਾਨਕ ਹੋਸੀ ਵੀ ਸਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਵੀ ਸਚ। ਨਾਨਕ ਹੋਸੀ ਵੀ ਸਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਵੀ ਸਚ। ਨਾਨਕ ਹੋਸੀ ਵੀ ਸਚ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਚੋਜੀ ਪਿਆਰੇ ਗੋਬਿੰਦ ਸਿੰਘ ਜੀ। ਚੋਜੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ 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 ਗੋਬਿੰਦ ਸਿੰਘ ਜੀ। ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਦਸਾਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਚਾਵਰ ਛਤਰ ਤਖਤ ਦੇ ਮਾਲਿਕ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਵਿੱਤਰ ਚਰਨਾਂ ਕੌਲਾ ਵਿੱਚ ਅਰਦਾਸ ਬੇਨਤੀ ਹੈ। ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਅਬਚਲ ਨਗਰ ਵਿਖੇ ਤਖਤ ਸੱਚਖੰਡ ਦੇ ਅੰਦਰ ਜੋ ਸ਼ਾਮਾਂ ਦੇ ਦੀਵਾਨ ਸਜਾਏ ਜਾਂਦੇ, ਉਸ ਦੀਵਾਨਾਂ ਦੇ ਵਿੱਚ ਸਤਿਗੁਰੂ ਜੀ ਗੁਰ ਇਤਿਹਾਸ ਦੀ ਕਥਾ ਵਿਚਾਰ ਹੋਈ। ਗੁਰ ਇਤਿਹਾਸ ਦੀ ਕਥਾ ਵਿਚਾਰ ਕਰਦਿਆਂ ਹੋਇਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ। ਅਣਜਾਣ ਬੱਚੇ ਸਮਝ ਕੇ ਮਾਫ ਕਰਨਾ, ਅੱਗੇ ਤੋਂ ਸਮੱਤ ਬਖਸ਼ਣੀ, ਪ੍ਰੇਮ ਸ਼ਰਧਾ ਭਾਵਨਾ ਨਾਲ ਕਥਾ ਵਿਚਾਰ ਕਰਨ ਦੇ, ਸੁਣਨ ਦੇ ਬਲ ਬਖਸ਼ਿਸ਼ ਕਰਨੀ, ਮਿਹਰ ਕਰਨੀ, ਸਾਰੀਆਂ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ, ਜਾਤਾ ਸਫਲ ਕਰਨੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ।